ਅਕਾਲੀ ਦਲ ਤੇ ਕਾਂਗਰਸ ਇਹ ਦੋ ਬਿਲਕੁਲ ਵੱਖਰੀਆਂ ਵਿਚਾਰਧਾਰਾਂ ਵਾਲੀਆਂ ਪਾਰਟੀਆਂ ਨੇ। ਇਹਨਾਂ ਦਾ ਆਪਸ ਦੇ ਵਿੱਚ ਮਿਲਣਾ ਨੈਕਸਟ ਟੂ ਇੰਪੋਸੀਬਲ ਲੱਗਦਾ ਹੈ। ਹਾਲਾਂਕਿ ਸਿਆਸਤ ਕਹਿੰਦੇ ਨੇ ਕਿ ਹੋ ਕੁਝ ਵੀ ਸਕਦਾ ਹੈ। ਸ਼ੁਰੂਆਤ ਕਰਾਂਗੇ, ਚਰਚਾ ਇਸ ਮੁੱਦੇ ਉੱਤੇ ਹੀ ਹੋਵੇਗੀ। ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਲਾਜ਼ਮੀ ਤੌਰ ਤੇ ਕਿ ਕਿਸ ਤਰੀਕੇ ਸਿਆਸਤ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੀ ਹੈ ਔਰ ਇਸ ਦਾ ਜ਼ਿਕਰ ਵੀ ਹੋਏਗਾ। ਮੈਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਹਬਾਬ ਗਰੇਵਾਲ ਜੀ ਸਾਡੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਇਸ ਦੇ ਨਾਲ ਹੀ ਸਾਡੇ ਨਾਲ ਕੁਝ ਹੀ ਪਲਾਂ 'ਚ ਕਾਂਗਰਸ ਦੇ ਬੁਲਾਰੇ ਜੁੜਨਗੇ। ਸਾਡੇ ਨਾਲ ਚੇਤਨ ਜੋਸ਼ੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਹਰਸ਼ਪ੍ਰੀਤ ਖੜਿਆਲ ਜੀ ਵੀ ਸਟੂਡੀਓ 'ਚ ਆ ਚੁੱਕੇ ਨੇ, ਕੁਝ ਹੀ ਪਲਾਂ 'ਚ ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਵੀ ਆਉਣਗੇ। ਖੜਿਆਲ ਸਾਹਿਬ ਦਾ ਵੀ ਸਵਾਗਤ। ਮੈਂ ਸ਼ੁਰੂਆਤ ਕਰਦਾ, ਆਪਾਂ ਚਰਚਾ ਦੀ ਸ਼ੁਰੂਆਤ ਕਰਾਂਗੇ, ਪਰ ਉਸ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਆਪਾਂ ਡਿਬੇਟ ਪੁਆਇੰਟਸ ਦਾ ਜ਼ਿਕਰ ਕਰਦੇ ਹਾਂ, ਜਿਸ ਦੇ ਉੱਤੇ ਪੂਰੀ ਚਰਚਾ ਆਪਾਂ ਕਰਨੀ ਹੈ, ਜਿਸ ਦੇ ਆਲੇ ਦੁਆਲੇ ਕੋਸ਼ਿਸ਼ ਕਰਾਂਗੇ ਕਿ ਚਰਚਾ ਰਹੇ, ਚਰਚਾ ਘੁੰਮੇ। ਡਿਬੇਟ ਪੁਆਇੰਟਸ ਇੱਕ ਇੱਕ ਕਰਕੇ 3 ਡਿਬੇਟ ਪੁਆਇੰਟਸ। ਪੁਆਇੰਟ ਨੰਬਰ 1 ਸਕਰੀਨ ਦੇ ਉੱਤੇ ਆਏਗਾ। ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦੇ ਵਿਚਾਲੇ ਜੋ ਜੱਫੀ ਪਾਈ ਗਈ, ਉਸ ਦੇ ਉੱਤੇ ਗੱਲ। ਸਵਾਲ ਇਹੀ ਕਿ ਜੱਫੀ ਤੇ ਇਤਰਾਜ਼ ਕਿਉਂ ਹੈ? ਗੱਲ ਬਸ ਜੱਫੀ ਤੱਕ ਜਾਂ ਫਿਰ ਚੋਣਾਂ ਤੱਕ ਉਸ ਦਾ ਜ਼ਿਕਰ ਤਾਂ ਅਸੀਂ ਕਰ ਰਹੇ ਹਾਂ। ਸਵਾਲ ਕਿ ਜੱਫੀ ਤੇ ਇਤਰਾਜ਼ ਕਿਉਂ? ਜਿਵੇਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ। ਦੂਜਾ ਡਿਬੇਟ ਪੁਆਇੰਟ ਹੈ ਕਿ ਕੱਟੜ ਵਿਰੋਧੀਆਂ ਦੇ ਵਿੱਚ ਜੱਫੀ ਪੈ ਹੀ ਕਿਉਂ ਗਈ ਹੈ, ਕਿਉਂ ਪਈ ਹੈ, ਇਸ ਦੇ ਕੀ ਵਾਕਈ ਹੀ ਸਿਆਸੀ ਮਤਲਬ ਨਾ ਕੱਢੇ ਜਾਣ। ਉਸ ਤੋਂ ਬਾਅਦ ਤੀਜਾ ਡਿਬੇਟ ਪੁਆਇੰਟ ਕੀ ਹੈ, ਉਹ ਵੀ ਸਕਰੀਨ ਦੇ ਉੱਤੇ ਆਏਗਾ। ਤੀਜਾ ਡਿਬੇਟ ਪੁਆਇੰਟ ਤਾਂ ਤੀਜਾ ਡਿਬੇਟ ਪੁਆਇੰਟ ਹੈ ਸਿੱਧੇ ਸਿਆਸੀ ਮਾਇਨਿਆਂ ਦੇ ਨਾਲ ਜੁੜਿਆ ਹੋਇਆ ਕਿ ਜੱਫੀ ਦੇ ਸਿਆਸੀ ਮਾਇਨੇ ਕੀ ਨੇ, ਕੀ ਮਾਇਨੇ ਨੇ, ਕੀ ਮਾਇਨੇ ਕੱਢੇ ਜਾ ਸਕਦੇ ਨੇ। ਅੱਜ ਇਸ ਦੇ ਉੱਤੇ ਵੀ ਗੱਲਬਾਤ ਹੋਵੇਗੀ। ਸ਼ੁਰੂਆਤ ਕਰਾਂਗੇ ਅਸੀਂ, ਔਰ ਕੋਸ਼ਿਸ਼ ਅਸੀਂ ਅੱਜ ਤੋਂ ਇਹ ਕਰਾਂਗੇ ਕਿ ਸ਼ੁਰੂਆਤ ਦੇ ਵਿੱਚ ਹਰ ਪੋਲੀਟੀਕਲ ਪਾਰਟੀ ਦਾ ਅਸੀਂ ਰਿਐਕਸ਼ਨ ਲੈ ਸਕੀਏ, ਉਹਨਾਂ ਦਾ ਕੀ ਪੱਖ ਹੈ, ਕਿ ਉਹਨਾਂ ਪੱਖ ਕਹਿਣਾ ਹੈ, ਉਹ ਜਾਣ ਸਕੀਏ। ਤਾਂ ਸਾਡੇ ਨਾਲ ਖੜਿਆਲ ਸਾਹਿਬ ਵੀ ਜੁੜ ਚੁੱਕੇ ਨੇ, ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸਾਡੇ ਦਰਸ਼ਕਾਂ ਨੂੰ। ਬਹੁਤ ਬਹੁਤ ਸਵਾਗਤ ਹੈ ਖੜਿਆਲ ਸਾਹਿਬ। ਅੱਜ ਤੋਂ ਅਸੀਂ ਚਰਚਾ ਕੁਝ ਵੱਖਰੇ ਅੰਦਾਜ਼ ਦੇ ਵਿੱਚ ਸ਼ੁਰੂਆਤ ਕਰਾਂਗੇ। ਸ਼ੁਰੂਆਤ ਦੇ ਵਿੱਚ ਸਵਾਲਾਂ ਜਵਾਬਾਂ ਤੋਂ ਪਹਿਲਾਂ ਇੱਕ ਇੱਕ ਰਿਐਕਸ਼ਨ ਹਰ ਪੋਲੀਟੀਕਲ ਪਾਰਟੀ ਦਾ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ 90 ਸੈਕਿੰਡ ਦੇ ਵਿੱਚ, ਯਾਨੀ ਕਿ 1.5 ਮਿੰਟ ਦੇ ਵਿੱਚ। 1.5 ਮਿੰਟ ਤੱਕ ਇੱਕ ਟਾਈਮਰ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਚੱਲਦਾ ਨਜ਼ਰ ਆਏਗਾ, ਔਰ ਉਸ ਟਾਈਮਰ ਦੇ ਖਤਮ ਹੋਣ ਦੇ ਉੱਤੇ ਜਿਹੜੇ ਬੁਲਾਰੇ ਜਿਸ ਪਾਰਟੀ ਦੇ ਹੋਣਗੇ ਉਹਨਾਂ ਨੂੰ ਆਪਣੀ ਗੱਲ ਕੰਪਲੀਟ ਜਾਂ ਖਤਮ ਕਰਨੀ ਹੋਵੇਗੀ, ਜਾਂ ਉੱਥੇ ਹੀ ਰੋਕਣੀ ਹੋਏਗੀ। ਸ਼ੁਰੂਆਤ ਕਰਦੇ ਹਾਂ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਜੱਫੀ ਦੇ ਉੱਤੇ ਅੱਜ ਗੱਲ ਕਰ ਰਹੇ ਹਾਂ। ਮੈਂ ਸ਼ੁਰੂਆਤ ਕਰਦਾ ਹਾਂ ਕਿਉਂਕਿ ਇੱਕ ਪਾਸੇ ਕਾਂਗਰਸ, ਇੱਕ ਪਾਸੇ ਅਕਾਲੀ ਦਲ ਤੇ ਇਲਜ਼ਾਮਾਂ ਵਾਲੀ ਪਾਰਟੀ ਜੋ ਇਲਜ਼ਾਮ ਲਗਾ ਰਹੀ ਹੈ ਆਮ ਆਦਮੀ ਪਾਰਟੀ। ਬੀਜੇਪੀ ਦਾ ਵੀ ਰਿਐਕਸ਼ਨ ਜਾਣਾਂਗੇ। ਸ਼ੁਰੂਆਤ ਕਰਦੇ ਹਾਂ ਅੱਜ ਅਕਾਲੀ ਦਲ ਤੋਂ। ਕਲੇਰ ਸਾਹਿਬ, ਪਹਿਲਾ ਰਿਐਕਸ਼ਨ ਤੁਹਾਡਾ। ਗੌਰਵ ਜੀ ਦੇਖੋ, ਬੜੇ ਸਪਸ਼ਟ ਤੌਰ ਤੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਿਹੜਾ ਕੱਲ ਮੀਟਿੰਗ ਸੀ, ਉਹ ਮੀਟਿੰਗ ਸੀ ਅਜੀਤ ਅਖਬਾਰ ਦੇ ਜਿਹੜੇ ਮੁੱਖ ਸੰਪਾਦਕ ਨੇ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ, ਉਹਨਾਂ ਦੇ ਖਿਲਾਫ ਜਿਹੜੀ ਸਰਕਾਰੀ ਧੱਕੇਸ਼ਾਹੀ ਹੋ ਰਹੀ ਹੈ ਜੀ। ਦੇਖੋ, ਪੰਜਾਬ ਦੇ ਵਿੱਚ ਇਹ ਕੋਈ ਧਰੀ ਛਿਪੀ ਗੱਲ ਨਹੀਂ ਕਿ ਮੀਡੀਆ ਹਾਊਸਸ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਹੈ, ਹਾਲਾਂਕਿ ਤੁਸੀਂ ਵੀ ਭੁਗਤਿਆ। ਔਰ ਹੁਣ ਉਹ ਜਿਹੜਾ ਕੁਝ ਚੱਲ ਪਿਆ, ਉਹ ਅਜੀਤ ਅਖਬਾਰ ਜਿਹੜਾ ਕਿ ਪੰਜਾਬ ਦੀ ਵਿਰਾਸਤ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਅਖਬਾਰ, ਔਰ ਉਹਦੇ ਜਦੋਂ ਮੁੱਖ ਸੰਪਾਦਕ, ਉਹਦੇ ਜਿਹੜੇ ਮੁਖੀ ਨੇ, ਉਹਨਾਂ ਨੂੰ ਝੂਠੇ ਮੁਕੱਦਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਉਹਦੇ ਖਿਲਾਫ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਹੋਈਆਂ ਸੀ। ਹੁਣ ਗੱਲ ਕਰੀਏ ਪੰਜਾਬ ਪੰਜਾਬੀਅਤ ਦੀ, ਤੇ ਇਹ ਸਾਡਾ ਸ਼ਿਸ਼ਟਾਚਾਰ ਹੈ। ਜਦੋਂ ਕੁਸ਼ਤੀ ਦੇ ਵਿੱਚ ਵੀ ਦੋ ਪਹਿਲਵਾਨ ਲੜਨ ਲਈ ਉਤਰਦੇ ਨੇ ਨਾ, ਉਦੋਂ ਵੀ ਹੱਥ ਮਿਲਾਏ ਜਾਂਦੇ ਨੇ ਗਰਮਜੋਸ਼ੀ ਦੇ ਨਾਲ, ਕਿਉਂਕਿ ਸਿਆਸਤ, ਵਿਚਾਰਧਾਰਾ ਇਹ ਇੱਕ ਅੱਡ ਚੀਜ਼ ਹੈ, ਜਿਹੜੇ ਤੁਹਾਡੇ ਪਰਸਨਲ ਰਿਲੇਸ਼ਨ ਨੇ ਅੱਡ ਚੀਜ਼ ਹੈ। ਹੁਣ ਜਿਹੜੇ ਅੱਜ ਜੱਫੀ ਦੀ ਗੱਲ ਬਹੁਤ ਜ਼ੋਰ ਸ਼ੋਰ ਦੇ ਨਾਲ ਕੀਤੀ ਜਾ ਰਹੀ ਹੈ ਕਿ ਜੀ ਜੱਫੀ ਹੈ, ਮੈਂ ਤਾਂ ਇਹ ਗੱਲ ਨੂੰ ਕਹੂੰਗਾ ਕਿ ਸਿਆਸਤ ਵਾਕਈ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ, ਕਿਉਂਕਿ ਪੋਲਿਟਿਕਸ ਦੇ ਵਿੱਚ ਤੁਸੀਂ ਵੱਖਰੀਆਂ ਵਿਚਾਰਧਾਰਾ ਦੇ ਵਿੱਚ ਰਹਿ ਕੇ ਵੀ ਤੁਹਾਡੇ ਜਿਹੜੇ ਪਰਸਨਲ ਰਿਲੇਸ਼ਨ ਨੇ, ਪਰਸਨਲ ਤਾਲੁਕ ਨੇ, ਉਹ ਇਦਾਂ ਹੀ ਸੀ ਔਰ ਇਦਾਂ ਹੀ ਪੰਜਾਬ ਦੇ ਵਿੱਚ ਸੀਗੇ। ਇਹ ਤਾਂ 2014 ਤੋਂ ਬਾਅਦ ਦੇਣ ਹੈ ਇਹ ਸਾਡੇ ਜਿਹੜੇ ਅੱਜ ਦੀ ਮੌਜੂਦਾ ਸਰਕਾਰ ਹੈ, ਜਿਨ੍ਹਾਂ ਨੇ ਉਰੇ ਦੀ ਰਾਜਨੀਤਿਕ ਸ਼ਫਾ ਨੂੰ ਇੰਨਾ ਗੰਦਾ ਕੀਤਾ। ਭਗਵੰਤ ਮਾਨ ਸਾਹਿਬ ਸਟੇਜਾਂ ਤੇ ਕਿੱਕਲੀ ਨੱਚਦੇ, ਨਾ ਕਿਸੇ ਦੀ ਧੀ ਦੇਖੀ ਨਾ ਭੈਣ ਦੇਖੀ, ਇਹਨਾਂ ਦੀ ਦੇਣ। ਔਰ ਠੀਕ ਹੈ, ਨਵਜੋਤ ਸਿੱਧੂ ਸਾਹਿਬ ਤੇ ਬਿਕਰਮ ਮਜੀਠੀਆ ਸਾਹਿਬ ਦੇ ਬਹੁਤ ਪੋਲੀਟੀਕਲ ਵਖਰੇਵੇਂ ਰਹੇ ਹੋਣਗੇ, ਪਰ ਜਦੋਂ ਤੁਸੀਂ ਪੋਲੀਟੀਕਲ ਵਖਰੇਵਿਆਂ ਤੋਂ ਉੱਠ ਕੇ ਤੁਸੀਂ ਮਿਲਦੇ ਹੋ
ਤਾਂ ਹਰ ਚੀਜ਼ ਇੱਕ ਪੋਲੀਟੀਕਲ ਨਹੀਂ ਹੁੰਦੀ। ਪਰ ਮੈਨੂੰ ਇੱਕ ਠੀਕ ਹੈ, ਚੀਜ਼ ਦਾ ਤੁਹਾਨੂੰ ਬਹੁਤ ਦੁੱਖ ਹੈ। ਸ਼ਿਸ਼ਟਾਚਾਰ ਨਜ਼ਰ ਆ ਰਿਹਾ। ਮੈਂ ਇੱਕ ਚੀਜ਼ ਲਾਸਟ, ਜੀ ਜਿਹੜੇ ਲੋਕ ਅੱਜ ਸਵਾਲ ਚੱਕ ਰਹੇ ਨੇ ਆਮ ਆਦਮੀ ਪਾਰਟੀ ਵਾਲੇ, ਕਹਿੰਦੇ ਜੀ ਸਾਡੇ ਡਰ ਤੋਂ, ਇਹਨਾਂ ਨੂੰ ਪੁੱਛੋ ਵੀ ਇਹ ਤਾਂ ਕੋਲਾ ਚੱਕ ਕੇ ਦੇਸ਼ 'ਚ ਘੁੰਮ ਰਹੇ ਨੇ। ਠੀਕ ਹੈ, ਚਲੋ ਤੁਹਾਡਾ ਜਵਾਬ ਆ ਗਿਆ, ਤੁਸੀਂ ਅੱਗੇ ਸਵਾਲ ਜਵਾਬ ਕਰੋ। ਕੋਲਾ ਚੱਕ ਕੇ ਕਾਂਗਰਸ, ਜਿਹੜੀ ਕਾਂਗਰਸ ਨੂੰ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਮੈਂ ਆਪਣੇ ਬੱਚਿਆਂ ਦੀ ਸਹੁੰ ਖਾਨਾ, ਅਸੀਂ ਨਾਲ ਨਹੀਂ ਜਾਵਾਂਗੇ, ਤੁਸੀਂ ਹਰ ਗੱਲ ਦੇ ਉੱਪਰ ਜਵਾਬ ਦਿਓ। ਅਹਿਬਾਬ ਗਰੇਵਾਲ ਜੀ, ਸ਼ੁਰੂਆਤ ਬਹੁਤ ਸਾਰੇ ਇਲਜ਼ਾਮਾਂ ਦੇ ਨਾਲ ਹੋਈ ਹੈ ਤੇ ਉੱਥੇ ਤੁਹਾਡਾ ਵੀ ਫਰਸਟ ਰਿਐਕਸ਼ਨ ਇਸ ਪੂਰੇ ਮਾਮਲੇ ਦੇ ਉੱਤੇ ਪਲੀਜ਼ 90 ਸੈਕਿੰਡਸ ਦੇ ਵਿੱਚ ਕੰਪਲੀਟ ਕਰਿਓ ਤਾਂ ਕਿ ਆਪਾਂ ਇੱਕ ਜੋ ਸ਼ੁਰੂਆਤ ਕੀਤੀ ਹੈ ਉਸ ਨੂੰ ਬਣਾ ਕੇ ਰੱਖ ਸਕੀਏ। ਇਸ ਦਾ ਮਤਲਬ ਸਿੱਧਾ ਜਾ ਕੇ ਸਾਰੇ ਮਹਿਮਾਨਾਂ ਨੂੰ ਬਰਾਬਰ ਸਮਾਂ ਮਿਲ ਸਕੇ। ਬਿਲਕੁਲ, ਦੇਖੋ ਜੀ, ਜੱਫੀਆਂ ਪੈਣ, ਜਮ ਪੈਣ, ਪਰ ਜਦੋਂ ਆਪਾਂ ਇਹ ਕਹਿੰਦੇ ਆ ਕਿ ਤੁਸੀਂ ਰਲ ਕੇ ਜੀਜੇ ਸਾਲੇ ਨੇ ਰਲ ਕੇ ਬਰਬਾਦੀ ਕਰਤੀ, ਉਹ ਕਹਿਣ ਫਲਾਣਾ ਕਰ ਰਿਹਾ, ਚਲੋ ਮੈਂ ਤਾਂ ਹੀ ਕਹਿਣਾ ਕਿ ਲਿਮਿਟ ਦੇ ਵਿੱਚ ਰਹਿਣਾ ਚਾਹੀਦਾ। 2014 ਤੋਂ ਬਾਅਦ ਬਾਕੀ ਪੰਜਾਬ 'ਚ ਬਦਲਾਵ ਆਇਆ ਸਰ। ਪੰਜਾਬ ਦੇ ਲੋਕਾਂ ਦੀ ਗੱਲ ਹੋਈ ਹੈ ਤੇ ਪੰਜਾਬ ਦੇ ਲੋਕਾਂ ਨੇ ਆਪਣੀ ਸਰਕਾਰ ਚੁਣੀ ਹੈ। ਮੋਸਟ ਇੰਪੋਰਟੈਂਟਲੀ ਅੱਜ ਜਿਹੜੀ ਆਪੋਜੀਸ਼ਨ ਉਹਦਾ ਕੋਈ ਫਰਕ ਹੀ ਨਹੀਂ ਸਮਝ ਆਉਂਦਾ। ਵੜਿੰਗ ਸਾਹਿਬ ਕਹਿੰਦੇ ਆ ਜਾਖੜ ਸਾਹਿਬ ਨੂੰ, ਜਾਖੜ ਸਾਹਿਬ ਦੇ ਭਤੀਜੇ ਕਾਂਗਰਸ 'ਚ ਬੋਲਦੇ ਆ, ਸਿੱਧੂ ਸਾਹਿਬ ਮਜੀਠੀਆ ਸਾਹਿਬ ਨੂੰ ਜੱਫੀ ਪਾ ਰਹੇ ਆ, ਬਾਜਵਾ ਜੀ ਕੁਝ ਬੋਲਦੇ ਆ, ਛੋਟੇ ਵੀਰ ਜੀ ਫਿਰ ਵੱਡੇ ਵੀਰ ਜੀ ਬੋਲਦੇ ਆ, ਫਸਟ ਫਲੋਰ ਤੇ ਇੱਕ, ਸੈਕੰਡ ਫਲੋਰ ਤੇ ਇੱਕ ਝੰਡਾ। ਗੱਲ ਗੌਰਵ ਜੀ ਇਹ ਹੈ, ਸਿੱਧੂ ਸਾਹਿਬ ਅੱਜ ਕਹਿ ਰਹੇ ਗਲਤੀ ਹੋ ਗਈ, ਕੱਲ ਕਹਿ ਰਹੇ ਜੱਫੀ ਪਾ ਲਈ ਸੀ, ਮਤਭੇਦ ਨਹੀਂ ਸੀ। ਗੱਲ ਇਹ ਹੈ ਕਿ ਪ੍ਰਿੰਸੀਪਲ ਸਭ ਨੂੰ ਮਾਰੇ ਲੱਗਦੇ ਆ, ਸਭ ਕੁਝ ਇਕਲਾਦਾ। ਅਸੀਂ ਜੋ ਕਹਿ ਰਹੇ ਸੀ ਕਿ ਪੰਜਾਬ ਦੀ ਸਿਆਸੀ ਜਮਾਤ ਇੰਨੀ ਕੁ ਆਪਸ 'ਚ ਰਲੀ ਹੋਈ ਹੈ ਕਿ ਇਹਨਾਂ ਨੂੰ ਪਰਵਾਹੀ ਨਹੀਂ। ਅੱਜ ਅਕਾਲੀ ਦਲ ਨੂੰ ਬਾਦਲ ਸਾਹਿਬ ਦੀ ਯਾਦ ਹੈਗੀ, ਜਥੇਦਾਰਾਂ ਨੂੰ ਵੀ ਯਾਦ ਕਰ ਲਓ ਜੀ, ਗੁਰਦੁਆਰੇ ਵੀ ਜਥੇਦਾਰਾਂ ਨੇ ਚੜਾਏ ਸੀ, ਜਥੇਦਾਰਾਂ ਨੂੰ ਵੀ ਯਾਦ ਕਰ ਲਓ, ਜਥੇਦਾਰ ਤਾਂ ਅਬਦਾਲੀ ਵੇਲੇ ਦੇ ਲੜਦੇ ਆ। ਗੱਲ ਇਹ ਹੈ ਕਿ ਸ਼ਿਸ਼ਟਾਚਾਰ ਵੀ ਠੀਕ, ਸਾਰਾ ਕੁਝ ਠੀਕ, ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਬਰਬਾਦੀ ਕਰਦੇ ਆ, ਅਸੀਂ ਤਾਂ ਨਵੇਂ ਆਏ ਜੀ, ਸਾਡੇ ਤਾਂ ਪੱਲੇ ਕੱਖ ਨਹੀਂ, ਬਟ ਸਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਅਸੀਂ ਇਹੀ ਐਕਸਪੋਜ਼ ਕਰਕੇ ਅੱਗੇ ਆਏ ਆ ਕਿ ਮਿਲੀ ਭੁਗਤ ਸੀ। ਅੱਜ ਪੰਜਾਬ ਦਾ ਤੁਸੀਂ ਸਿਆਸੀ ਪ੍ਰਿਸ਼ਠਭੂਮੀ ਦੇਖ ਲਓ, ਉਸ ਸਿਆਸੀ ਪ੍ਰਿਸ਼ਠਭੂਮੀ 'ਚ ਕੌਣ ਕਿਹਦੇ ਨਾਲ ਆ ਪਤਾ ਹੀ ਨਹੀਂ ਲੱਗਦਾ, ਪਤਾ ਹੀ ਨਹੀਂ ਲੱਗਦਾ ਕੌਣ ਕਿਹਦੇ ਵੱਲੋਂ ਕਿਵੇਂ ਬੋਲੀ ਜਾਂਦਾ, ਵੱਡਾ ਇੱਥੇ ਛੋਟਾ ਇੱਥੇ। ਤੁਹਾਨੂੰ ਡਰ ਕਿਉਂ ਲੱਗਦਾ? ਕਹਿ ਰਹੇ ਸੀ ਉਹ ਸਿੱਧ ਹੋਏ। ਉਹ ਸਾਨੂੰ ਡਰ ਨਹੀਂ ਲੱਗਦਾ, ਸਾਨੂੰ ਬਿਲਕੁਲ ਡਰ ਨਹੀਂ ਲੱਗਦਾ। ਡਰ ਇਹਨਾਂ ਨੂੰ ਲੱਗਦਾ ਤੁਸੀਂ ਡਰ ਵਾਲੀ ਗੱਲ ਕਹੀ, ਮੈਂ ਅੱਗੇ ਸਵਾਲ ਕਰਾਂਗਾ, ਤੁਸੀਂ ਕੰਪਲੀਟ ਕਰ ਲਓ। ਮੇਰੀ ਗੱਲ ਸਿਰਫ ਇੰਨੀ ਹੈ, ਇਹਨਾਂ ਨੂੰ ਡਰ ਇਹ ਹੈ ਕਿ ਸਾਡੀ ਸਿਆਸਤ ਖਤਮ ਕਰਤੀ। ਠੀਕ ਹੈ, ਚਲੋ ਤੁਹਾਡਾ ਪੁਆਇੰਟ ਆ ਗਿਆ ਸਰ। ਇੱਕ ਵਾਰੀ ਰਿਐਕਸ਼ਨ ਸਾਰਿਆਂ ਤੋਂ ਲੈ ਲੈਣ ਦਿਓ। ਮੈਂ ਅਹਿਬਾਬ ਗਰੇਵਾਲ ਜੀ ਆਉਂਗਾ ਤੁਹਾਡੇ ਕੋਲ। ਖੜਿਆਲ ਸਾਹਿਬ, ਇਹ ਜੱਫੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ, ਤੁਹਾਡੇ ਵਿਰੋਧੀਆਂ ਨੂੰ ਲੱਗਦਾ ਹੈ ਕਿ ਇਹ ਡਰ ਵਾਲੀ ਜੱਫੀ ਹੈ। ਗੱਲ ਇਸ ਤਰ੍ਹਾਂ ਹੈ ਗੌਰਵ ਜੀ ਕਿ ਇਹ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਇਹ ਡਰ ਵਾਲੀ ਜੱਫੀ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਤੋਂ ਸਮਰਥਨ ਮੰਗਣਾ, ਇਹ ਤੋਂ ਵੱਡੇ ਦੋਹਰੇ ਮਾਪਦੰਡ ਤੇ ਡਬਲ ਸਟੈਂਡਰਡ ਆਮ ਆਦਮੀ ਪਾਰਟੀ ਦੇ ਕੀ ਹੋ ਸਕਦੇ ਆ। ਜੇ ਇਹਨਾਂ ਦਾ ਤਰਕ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਦਿੱਲੀ ਆਰਡੀਨੈਂਸ ਤੇ ਸਾਨੂੰ ਸਪੋਰਟ ਕਰੋ ਜੀ, ਉੱਥੇ ਕੌਜ਼ ਦੇ ਪਿੱਛੇ ਖੜੋ, ਪਾਰਟੀ ਦੇ ਪਿੱਛੇ ਨਾ ਖੜੋ, ਤੇ ਕੱਲ ਨੂੰ ਇਹਨਾਂ ਨੂੰ ਕੌਜ਼ ਕਿਉਂ ਨਹੀਂ ਦਿਖਾਈ ਦਿੱਤਾ ਜਿੱਥੇ ਸਾਰੀ ਪੋਲੀਟੀਕਲ ਪਾਰਟੀਆਂ, ਮੀਡੀਆ ਇੰਸਟੀਟਿਊਸ਼ਨਸ, ਹੋਰ ਇੰਸਟੀਟਿਊਸ਼ਨਸ ਇਕੱਠੇ ਹੋਏ ਤੇ ਇੱਕ ਸੁਰ ਦੇ ਵਿੱਚ ਸਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਧੱਕੇਸ਼ਾਹੀ ਨੂੰ, ਅਬਿਊਜ਼ ਆਫ ਪਾਵਰ ਨੂੰ ਤੇ ਮੀਡੀਆ ਦੀ ਆਮ ਟਵਿਸਟਿੰਗ ਨੂੰ ਕੰਡੈਮ ਕੀਤਾ ਤੇ ਪੂਰੇ ਪੰਜਾਬ ਨੇ ਕੰਡੈਮ ਕੀਤਾ ਗੌਰਵ ਜੀ। ਦੂਜੀ ਗੱਲ ਇਹ ਹੈ ਕਿ ਵਿਚਾਰਕ ਮਤਭੇਦ ਜਿਹੜੀ ਹੈ ਉਹ ਡੈਫੀਨਿਟਲੀ ਰਹੂਗੀ, ਲੇਕਿਨ ਇਹ ਕਾਮਨ ਕਰਟਸੀ ਹੁੰਦੀ ਹੈ ਜੇ ਇੱਕ ਪਲੇਟਫਾਰਮ ਤੇ ਸਾਰੇ ਇਕੱਠੇ ਹੋਏ ਹੋ, ਇੱਕ ਹੈਂਡਸ਼ੇਕ ਕਰਨਾ, ਸਤਿ ਸ਼੍ਰੀ ਅਕਾਲ ਬੁਲਾਉਣਾ, ਇਹ ਸਾਡਾ ਕਲਚਰ ਹੈ ਗੌਰਵ ਜੀ। ਜੇ ਆਮ ਆਦਮੀ ਪਾਰਟੀ ਨੂੰ ਇਹਦੇ ਨਾਲ ਦਿੱਕਤ ਹੈ ਤਾਂ ਕੇਜਰੀਵਾਲ ਸਾਹਿਬ ਨੇ ਲਾਲੂ ਪ੍ਰਸਾਦ ਜੀ ਨਾਲ ਜੱਫੀ ਪਾਈ ਸੀ, ਕਿਹਦਾ ਇਹ ਮਤਲਬ ਹੈ ਇਹ ਇਕੱਠੇ ਹੈ, ਕਿਹਦਾ ਮਤਲਬ ਹੈ ਅੱਗੇ ਜਾ ਕੇ ਅਲਾਈਅੰਸ ਪਾਰਟਨਰ ਬਣ ਗਏ। ਮੋਦੀ ਸਾਹਿਬ ਨੇ ਜੱਫੀ ਸ਼ੀ ਜਿਨਪਿੰਗ ਸਾਹਿਬ ਨਾਲ ਪਾਈ ਸੀਗੀ, ਹੱਥ ਮਿਲਾਇਆ ਸੀਗਾ, ਝੂਲੇ ਤੇ ਬੈਠੇ ਸੀਗੇ, ਮਤਲਬ ਹੁਣ ਚਾਈਨਾ ਨਾਲ ਚੱਲੂਗਾ ਹਿੰਦੁਸਤਾਨ। LAC ਦਾ ਇਸ਼ੂ ਹੈ, ਤਵਾਂਗ ਦਾ ਇਸ਼ੂ ਹੈ, ਇਹਨੂੰ ਪੋਲੀਟੀਕਲ ਜਿਹੜਾ ਕਲਰ ਆਮ ਆਦਮੀ ਪਾਰਟੀ ਦੀ ਸਰਕਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਪਿੱਛੇ ਕਾਰਨ ਬੜਾ ਸਿੰਪਲ ਹੈ ਜੀ। ਕੱਲ ਦਾ ਇਸ਼ੂ ਸੀਗਾ ਜਰਨਲਿਸਟ ਤੇ ਧੱਕਾ, 1000 ਤੋਂ ਜ਼ਿਆਦਾ ਜਿਹੜੇ ਜਰਨਲਿਸਟ ਆ ਉਹਨਾਂ ਨੇ ਮੈਮੋਰੈਂਡਮ ਦਿੱਤਾ ਗਵਰਨਰ ਸਾਹਿਬ ਨੂੰ ਵੀ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ। ਦੂਜੀ ਗੱਲ ਗੌਰਵ ਜੀ, ਇਹਨਾਂ ਨੇ ਕਿੰਨੇ ਸਾਰੇ ਜਰਨਲਿਸਟ ਤੇ ਇੰਡੀਪੈਂਡੈਂਟ ਜਰਨਲਿਸਟ ਤੇ ਪਰਚੇ ਕਰਤੇ, ਰੇਡ ਕਰਾਤੀਆਂ ਘਰਾਂ ਤੇ, ਉਸ ਤੋਂ ਬਾਅਦ ਅਕਾਊਂਟ ਵਿਦਹੈਲਡ ਕਰ ਲਏ। ਤੇ ਮੈਂ ਕਹਿੰਦਾ ਜੇ ਇਹਨਾਂ ਦੇ ਖਿਲਾਫ ਆਵਾਜ਼ ਚੱਕੇ ਚਾਹੁੰਦੇ ਲੋਕਾਂ ਦਾ ਫੋਕਸ ਉਹ ਤੇ ਨਾ ਹੋਵੇ ਵੱਡੇ ਇਸ਼ੂ ਤੇ, ਛੋਟੀ ਜੀ ਗੱਲ ਕਰਦੀ ਜੀ ਜੱਫੀ ਕਿਉਂ ਪਾ ਲਈ ਜੀ, ਮਤਲਬ ਇਹ ਇਸ਼ੂ ਹੈ। ਚੇਤਨ ਜੋਸ਼ੀ, ਮੈਂ ਤੁਹਾਡੇ ਕੋਲ ਆਉਣਾ ਵਾਪਸ, ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਇੱਕ ਕਰਕੇ ਜਵਾਬ ਤੁਹਾਡੇ ਤੋਂ ਲਵਾਂਗੇ, ਤੁਹਾਡੇ ਤੋਂ ਵੀ ਜਵਾਬ ਲਵਾਂਗੇ। ਮੈਂ ਉਹੀ ਕਹਿੰਦਾ 90 ਸੈਕਿੰਡਸ ਹੋ ਗਏ, ਮੈਂ ਪਲੀਜ਼ ਤੁਹਾਡੇ ਕੋਲ ਵਾਪਸ ਆਉਣਾ। ਚੇਤਨ ਜੋਸ਼ੀ ਜੀ, ਬੀਜੇਪੀ ਇਸ ਜੱਫੀ ਨੂੰ ਕਿਵੇਂ ਦੇਖ ਰਹੀ ਹੈ? ਇੱਕ ਤੁਹਾਡੇ ਪੁਰਾਣੇ ਭਾਈਵਾਲ ਨੇ, ਉਹਨਾਂ ਦੇ ਵੱਡੇ ਆਗੂ, ਤੇ ਇੱਕ ਤੁਹਾਡੇ ਪੁਰਾਣੇ ਸਾਥੀ ਨੇ, ਦੋਵਾਂ ਦੇ ਵਿਚਾਲੇ ਜੱਫੀ। ਚਲੋ ਬਾਹਾਂ ਦੀ ਜੱਫੀਆਂ ਪਾਈਆਂ ਨੇ, ਕੜਕੀਆਂ ਤੇ ਨਹੀਂ ਨਾ ਪਾਈਆਂ ਇਹਨਾਂ ਨੇ, ਠਿੱਬੀਆਂ ਤੇ ਨਹੀਂ ਨਾ ਮਾਰੀਆਂ ਇੱਕ ਦੂਜੇ ਨੂੰ, ਥੱਲੇ ਤੇ ਨਹੀਂ ਨਾ ਸੁੱਟਿਆ, ਕੋਈ ਤਹਿਜ਼ੀਬ ਦੀ ਗੱਲ ਹੀ ਕੀਤੀ ਹੈ ਨਾ। ਬਾਕੀ ਉੱਥੇ ਮੈਨੂੰ ਤਾਂ ਗੱਲ ਯਾਦ ਆ ਗਈ, ਇੱਕ ਸ਼ੇਰ ਬੜਾ ਵਧੀਆ ਕਿ ਤੁਰੇ ਸਾ ਜਿੰਨਾ ਰਾਹਾਂ ਤੇ ਮੁੜਨ ਦਾ ਕਦੇ ਸੋਚਿਆ ਨਾ ਸੀ,
ਗਲਤ ਤੇ ਕੱਲਾ ਮੈਂ ਨਹੀਂ ਸੀ, ਤੂੰ ਵੀ ਤੇ ਕਦੇ ਰੋਕਿਆ ਨਾ ਸੀ। ਇੱਕ ਦੂਜੇ ਨਾਲ ਵਿਚਾਰ ਵਟਾਂਦਰੇ ਹੋਏ ਨੇ, ਸ਼ਿਸ਼ਟਾਚਾਰ ਦੀ ਗੱਲ ਆ। ਪਾਰਟੀਆਂ ਦੇ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ। ਆਮ ਆਦਮੀ ਪਾਰਟੀ ਕੋ ਕੀ 80% ਇਹਨਾਂ ਨੇ ਕਾਂਗਰਸ ਦੇ ਬੰਦੇ ਰੱਖੇ ਆਪਣੇ ਕੋਲ। ਸ਼ੀਤਲ ਅੰਗਰਾਲ ਸਾਡੀ ਪਾਰਟੀ ਤੋਂ ਸੀਗਾ, ਬੀਜੇਪੀ ਤੋਂ ਵੀ ਇਹਨਾਂ ਦੇ ਚਲਾ ਗਿਆ। ਆ ਰੀਸੈਂਟਲੀ ਰਿੰਕੂ ਨੂੰ ਹੁਣ ਡੈਪੂਟੇਸ਼ਨ ਤੇ ਲੈ ਕੇ 10 ਦਿਨ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਬੁਰਾ ਭਲਾ ਬੋਲਦਾ ਸੀ, ਬਾਅਦ ਚ ਇਹਨਾਂ ਨੇ ਆਪਣਾ ਨੁਮਾਇੰਦਾ ਬਣਾ ਲਿਆ। ਸੋ ਇਹ ਜਿਹੜੀਆਂ ਗੱਲਾਂ ਨਾ ਕਿ ਕਿਸੇ ਨੇ ਜੱਫੀ ਪਾਈ, ਕਿਸੇ ਨੇ ਹੱਥ ਸੁੱਟਿਆ, ਕਿਸੇ ਨੇ ਕੀ ਕੀਤਾ, ਇਹ ਬੜੀ ਛੋਟੀ ਗੱਲ ਆ। ਪਿੰਡਾਂ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਆ, ਸੱਥਾਂ ਦੇ ਵਿੱਚ ਵੀ ਗੱਲ ਕਹੀ ਜਾਂਦੀ ਆ, ਮਨ ਮੁਟਾਵ ਹੁੰਦਾ ਵਾ, ਠੀਕ ਆ, ਸ਼ਰੀਕਿਆਂ ਦਾ ਵੀ ਹੁੰਦਾ ਵਾ, ਲੇਕਿਨ ਜਦੋਂ ਕਿਤੇ ਇੱਕ ਥਾਂ ਦੇ ਉੱਤੇ ਸੱਥ ਲੱਗ ਜੇ ਉੱਥੇ ਜੱਫੀ ਪਾ ਕੇ ਮਿਲੋ, ਗੱਲਬਾਤ ਕਰਕੇ ਮਿਲੋ। ਜਾਂ ਇਹਨਾਂ ਨੂੰ ਸਾਡੇ ਕਲਚਰ ਦਾ ਪਤਾ ਨਹੀਂ, ਪੰਜਾਬ ਦੇ ਕਲਚਰ ਦਾ, ਆਮ ਆਦਮੀ ਪਾਰਟੀ ਨੂੰ, ਕਿਉਂਕਿ ਇਹਨਾਂ ਨੂੰ ਪਤਾ ਤਾਂ ਹੋਵੇ ਨਾ ਵੀ ਜੇ ਪੰਜਾਬੀ ਬਣ ਕੇ ਸੋਚਣ। ਇਹ ਤਾਂ ਸੋਚਦੇ ਨੇ ਦਿੱਲੀ ਵਾਲਿਆਂ ਦੇ ਬਣ ਕੇ ਵੀ ਦਿੱਲੀ ਵਾਲਿਆਂ ਦਾ ਜੋ ਆਰਡਰ ਆਇਆ ਉਦਾਂ ਦੀ ਗੱਲ ਕਰਨੀ ਆ। ਆਪਣਾ ਇਹਨਾਂ ਦਾ ਕੋਈ ਸਟੈਂਡ ਨਹੀਂ ਆ, ਕੱਖ ਨਹੀਂ ਇਹਨਾਂ ਨੂੰ ਪਤਾ ਗੱਲ ਕੀ ਕਹਿਣੀ ਆ, ਗੱਲ ਕੀ ਨਹੀਂ ਕਹਿਣੀ ਆ। ਜੱਫੀ ਪਾਤੀ ਤੇ ਫਿਰ ਕੀ ਹੋਇਆ? ਜੇ ਪੂਰੀ ਦੁਨੀਆ ਦੇ ਜਿੰਨੇ ਵੀ ਲੀਡਰ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਭੋਗ ਤੇ ਆ ਕੇ ਮੱਥਾ ਟੇਕਣ ਆਏ ਨੇ, ਤੇ ਤੁਹਾਡੀ ਇਹ ਤਹਿਜ਼ੀਬ ਆ ਕਿ ਤੁਹਾਡੇ ਕੇਜਰੀਵਾਲ ਸਾਹਿਬ ਆਪਣੇ ਨੂੰ ਬਹੁਤ ਵੱਡਾ ਲੀਡਰ ਸਮਝਦੇ, ਤਹਿਜ਼ੀਬ ਵਾਸਤੇ ਉਹ ਵੀ ਆ ਜਾਂਦੇ। ਜੇ ਪੰਜਾਬੀਆਂ ਦੀ ਇੱਜ਼ਤ ਕਰਦੇ ਆ ਤੇ ਪੰਜਾਬੀ ਸਮਝ ਕੇ ਆਉਂਦੇ ਮੱਥਾ ਟੇਕਣ ਉਹਨਾਂ ਦੇ ਭੋਗ ਦੇ ਉੱਤੇ। ਸੋ ਮੁੱਖ ਦੀ ਗੱਲ ਇਹ ਆ, ਇਹਨਾਂ ਨੂੰ ਕੀ ਪਤਾ ਤਹਿਜ਼ੀਬ ਕੀ ਹੁੰਦੀ ਆ। ਇਹਨਾਂ ਨੇ ਇੱਕੋ ਕੰਮ ਸਿੱਖਿਆ, ਸਾਨੂੰ ਕੰਮ ਨਹੀਂ ਕਰਦੇ। ਉਹ ਘਰ ਵਿਰਲੀ ਬਾਹਰ ਸੰਘਣੀ ਮੇਲੋ ਮੇਰਾ ਨਾ ਘਰ, ਤੁਹਾਨੂੰ ਕੋਈ ਪੁੱਛਦਾ ਨਹੀਂ ਪਿਆ। ਇੱਥੇ ਬਾਹਰ ਜਾ ਤੁਸੀਂ ਰੌਲਾ ਪਾਉਂਦੇ ਹੋ, ਬਾਰ-ਬਾਰ ਅਖਬਾਰਾਂ 'ਚ ਜਾ ਕੇ ਤੁਸੀਂ ਆਪਣੀ ਆਡਾ ਦਿੰਦੇ ਹੋ, ਪੰਜਾਬ 'ਚ ਹੋ ਰਿਹਾ। ਪੰਜਾਬ ਦੇ ਕਲਚਰ ਨੂੰ, ਪੰਜਾਬ ਦੇ ਸਿਸਟਮ ਨੂੰ ਸਮਝੋ। ਇਹ ਜੱਫੀਆਂ ਪੈਣੀਆਂ ਨੇ। ਔਰ ਪੰਜਾਬ ਇੱਕ ਇਦਾਂ ਦਾ ਸਟੇਟ ਆ, ਇਹਨਾਂ ਨੇ ਅੱਤਵਾਦ ਵੀ ਹਟਾਇਆ ਵਾ, ਲੇਕਿਨ ਇੱਥੇ ਕਦੀ ਦੰਗੇ ਨਹੀਂ ਹੋਏ। ਸੋ ਪੰਜਾਬੀ ਜਿਹੜੇ ਨੇ ਸਭ ਤੋਂ ਪਹਿਲੋਂ ਨੇ। ਠੀਕ ਹੈ, ਚਲੋ ਆਪਾਂ ਹੁਣ ਬਹੁਤ ਸਿੱਧੇ ਤੌਰ ਦੇ ਉੱਤੇ ਤਰਕ ਆ ਗਿਆ ਹੈ। ਬਾਬ ਗਰੇਵਾਲ ਜੀ, ਸਵਾਲ ਨੰਬਰ 1 ਜਿਹੜੇ ਤੁਹਾਨੂੰ ਲਗਾਤਾਰ ਸਵਾਲ ਹੋ ਰਹੇ ਨੇ ਕਿ ਜੱਫੀ ਦੇ ਉੱਤੇ ਇੰਨਾ ਚਿੰਤਾ ਕਿਉਂ, ਇੰਨੀ ਕਿੰਤੂ ਪਰੰਤੂ ਕਿਉਂ? ਦਰਅਸਲ ਮੈਂ ਤੁਹਾਨੂੰ ਪੁੱਛ ਰਿਹਾ ਸੀ, ਉਸ ਸਮੇਂ ਤੁਸੀਂ ਸ਼ਾਇਦ ਮੇਰਾ ਸਵਾਲ ਗਲਤ ਲੈ ਗਏ, ਕਿ ਜੋ ਤੁਸੀਂ ਜਾਂ ਤੁਹਾਡੇ ਆਗੂ ਜ਼ਿਕਰ ਕਰ ਰਹੇ ਨੇ ਕਿ ਡਰ ਹੈ ਜੀ ਇਸ ਕਰਕੇ ਜੱਫੀਆਂ ਪੈ ਰਹੀਆਂ, ਕਿਹੜੀ ਚੀਜ਼ ਦਾ ਡਰ ਤੁਹਾਨੂੰ ਲੱਗਦਾ ਕਿ ਵਿਰੋਧੀਆਂ ਨੂੰ ਹੈ? ਸਰ, ਸਾਨੂੰ ਸੱਭਿਆਚਾਰ ਦਾ ਵੀ ਪਤਾ, ਸਾਨੂੰ ਸਾਰਾ ਪਤਾ। ਜੋ ਅਸੀਂ ਸ਼ੁਰੂ ਤੋਂ ਕਹਿ ਰਹੇ ਸੀ ਉਹ ਸੱਚ ਹੁੰਦਾ ਨਜ਼ਰ ਆ ਰਿਹਾ। ਜਦੋਂ ਆਪੋਜੀਸ਼ਨ ਡੈਸੀਮੇਟ ਹੋ ਰਹੀ ਹੈ ਉਦੋਂ ਸਮਝ ਨਹੀਂ ਆ ਰਿਹਾ। ਜੰਮ ਪਾਓ ਜੀ, ਜੰਮ ਜੱਫੀਆਂ ਪਾਓ। ਗੱਲ ਇਹ ਹੈ ਕਿ ਅੱਜ ਤੁਸੀਂ ਮੈਨੂੰ ਗੱਲ ਦੱਸੋ ਗੌਰਵ ਜੀ, ਆਫ ਦਾ ਟੌਪ ਆਫ ਯਰ ਹੈਡ, ਜੇ ਮੈਂ ਤੁਹਾਨੂੰ ਨਾਮ ਲਵਾਂ ਨਾ, ਤੁਸੀਂ ਅੱਧੇ ਲੀਡਰਾਂ ਦੇ ਨਾਮ ਲਓਗੇ ਕਾਂਗਰਸ ਤੋਂ ਬੀਜੇਪੀ ਚ ਹੋਣਗੇ, ਅੱਧੇ ਇੱਧਰ ਹੋਣਗੇ, ਅੱਧੇ ਬੀਜੇਪੀ ਤੋਂ ਡੈਪੂਟੇਸ਼ਨ ਚ ਅਕਾਲੀ ਦਲ ਚ ਗਏ ਹੋਣਗੇ, ਅੱਲੇ ਅਕਾਲੀ ਦਲ ਤੋਂ ਡੈਪੂਟੇਸ਼ਨ ਚ ਬੀਜੇਪੀ ਆਏ ਹੋਣਗੇ। ਗੱਲ ਇਹ ਹੈ ਕਿ ਜਿਹੜੀ ਇਹ ਕਲੈਕਟਿਵ ਆਪੋਜੀਸ਼ਨ ਹੈ, ਇਹਨਾਂ ਕੋਲ ਅਸੀਂ ਕਹਿੰਦੇ ਜੀ ਸਾਨੂੰ ਕ੍ਰਿਟਿਸਾਈਜ਼ ਕਰੋ, ਸਾਨੂੰ ਮਾੜਾ ਕਹੋ, ਜੋ ਜਿੱਥੇ ਅਸੀਂ ਗਲਤ ਆ ਸਾਨੂੰ ਕਹੋ, ਪਰ ਜੋ ਤੁਸੀਂ ਇੱਕ ਦੂਜੇ ਬਾਰੇ ਕਹਿੰਦੇ ਸੀਗੇ ਸ਼ਿਸ਼ਟਾਚਾਰ ਬਿਲਕੁਲ ਹੁੰਦਾ ਸਰ, ਬਿਲਕੁਲ ਹੁੰਦਾ। ਪਰ ਜੋ ਮੈਂ ਠੋਕ ਦੂੰ, ਮੈਂ ਫਲਾਣਾ ਕਰ ਦੂੰ, ਮੈਂ ਧਮਕਾਣਾ ਕਰ ਦੂੰ, ਅੱਜ ਫਿਰ ਸਿੱਧੂ ਸਾਹਿਬ ਨੇ ਕਿਉਂ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ? ਜੇ ਇਹੋ ਜਿਹਾ ਕੁਝ ਗਲਤੀ ਸੀ, ਸਿੱਧੂ ਸਾਹਿਬ ਨਾਮ। ਮੈਂ ਇੱਕ ਛੋਟਾ ਜਿਹਾ ਸਵਾਲ ਤਿੰਨੇ ਵੀਰਾਂ ਨੂੰ ਪੁੱਛੂੰਗਾ। ਅਸੀਂ ਜੇ ਇੱਕ ਲੋਕਤੰਤਰ ਬਚਾਉਣ ਲਈ ਸਾਰੇ ਦੇਸ਼ ਚ ਘੁੰਮ, ਕਾਂਗਰਸ ਨਾਲ ਹਲੇ ਮੀਟਿੰਗ ਹੀ ਨਹੀਂ ਹੋਈ, ਇਹਨਾਂ ਨੂੰ ਕੀ ਪਤਾ ਅਸੀਂ ਕੀ ਗੱਲ ਕਰਾਂਗੇ? ਕਾਂਗਰਸ ਹੁੰਦਾ ਹਲੇ ਮੀਟਿੰਗ ਤਾਂ ਹੋਈ ਨਹੀਂ, ਪਹਿਲਾਂ ਹੀ ਹਿਸਾਬ ਲਈ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋ ਤੇ ਪੰਜਾਬ ਦੀਆਂ ਪਾਰਟੀਆਂ ਤੁਹਾਡੇ ਉੱਤੇ। ਬਾਬ ਗਰੇਵਾਲ ਜੀ, ਇੱਕ ਛੋਟੇ ਹੁੰਦੇ ਨਾ ਜਦੋਂ ਰਮਾਇਣ ਚੱਲਦੀ ਸੀ ਉਦੋਂ ਰਾਵਣ ਹੱਸਦਾ ਸੀ, ਇਦਾਂ 3-4 ਆਵਾਜ਼ਾਂ ਇਕੱਠੀਆਂ ਆਉਂਦੀਆਂ ਸੀਗੀਆਂ, ਅੱਜ ਇਹੋ ਜਿਹੀਆਂ ਹੀ ਆਉਣੀਆਂ ਨੇ। ਥੋੜੀ ਜਿਹੀ ਤਹਿਜ਼ੀਬ ਨਾਲ ਗੱਲ ਕਰੋ ਬਾਬ ਗਰੇਵਾਲ ਜੀ, ਤਹਿਜ਼ੀਬ ਨਾਲ ਗੱਲ ਕਰੋ। ਜੋਸ਼ੀ ਜੀ, ਸਵਾਲ ਸਾਨੂੰ ਵੀ ਦੇਣੇ ਹੁੰਦੇ ਆ। ਜੇ ਤੁਸੀਂ ਕਹਿੰਦੇ ਲੋਕਤੰਤਰ ਖਤਰੇ ਵਿੱਚ ਜਾਣ ਡਿਆ ਤੇ ਤੁਸੀਂ ਜਾ ਕੇ ਮੰਗਣ ਦੇ ਥਾਂ ਤੋਂ ਉੱਥੇ ਕਦੀ ਕਾਂਗਰਸ ਨਾਲ ਤੁਰ ਪੈਂਦੇ, ਕੀ ਮੰਗਣ ਦੇ ਰਮਾਇਣ ਦੀ ਗੱਲ ਕੀਤੀ ਕੀ ਕਰਕੇ ਗੱਲ ਸਮਝ ਆਵੇ ਲੋਕਾਂ ਨੂੰ, ਗੱਲ ਸਮਝ ਆਵੇ, ਗੱਲ ਸਮਝ ਆਵੇ। ਤਮੀਜ਼ ਨਾਲ ਗੱਲ ਗਰੇਵਾਲ ਸਾਹਿਬ ਕੀ ਕਰਕੇ ਗੱਲ ਰੱਖਦੇ ਰਹੋ, ਗੱਲ ਕਰ ਰਹੇ ਜੀ, ਨਹੀਂ ਕਰ ਰਹੇ, ਚੀਜ਼ਾਂ ਦਾ ਧਿਆਨ ਰੱਖੀਏ। ਪਲੀਜ਼ ਜੋਸ਼ੀ ਜੀ, ਥੋੜਾ ਜਿਹਾ ਵੇਟ ਕਰੋ, ਥੋੜਾ ਜਿਹਾ ਵੇਟ ਕਰੋ। ਮੈਂ ਸਮਝ ਨਹੀਂ ਆ ਤੁਹਾਡੀ ਗੱਲ, ਗੁੱਸੇ ਵਾਲੀ ਹੈ। ਮੈਨੂੰ ਪੁੱਛੋ ਰਮਾਇਣ ਦੀ ਗੱਲ ਕੀਤੀ ਇਹਨੂੰ ਹੈਗੀ ਨਾ ਸ਼ਰਮ, ਕੀ ਗੱਲ ਕੀ ਕਰਾਂ ਉਹ ਕਰਕੇ ਕੋਈ ਥੋੜੇ 2-10 ਸੈਕਿੰਡ ਲੋਕਾਂ ਨੂੰ ਸਮਝ ਆਵੇ। ਹਾਂ ਬੋਲ ਤਾਂ ਲੈਣ ਦੇ ਇੱਕ ਵਾਰ ਜੋਸ਼ੀ, ਥੋੜੇ ਠੰਡੇ ਪਾਣੀ ਪੀ ਲਓ। ਤੁਹਾਨੂੰ ਹਿੰਦੂ ਧਰਮ ਨਾਲ ਪ੍ਰੋਬਲਮ ਹੈ ਸ਼ੁਰੂ ਤੋਂ। ਇਹ ਗੱਲ ਰੱਖ ਲੈਣ ਦਿਓ। ਜਦੋਂ ਵੀ ਗੱਲ ਕਰਦੇ ਐਂਟੀ ਹਿੰਦੂ ਗੱਲ ਕਰਦੇ ਜੇ, ਰਿਕੁਐਸਟ ਹੈ ਤੁਹਾਨੂੰ ਗੱਲ ਕਰੋ ਰਾਜਨੀਤੀ ਦੀ, ਖਬਰਦਾਰ ਹਿੰਦੂ ਧਰਮ ਗੱਲ ਰੱਖ ਲੈਣ ਦਿਓ। ਜੋਸ਼ੀ ਪਲੀਜ਼ ਥੋੜਾ ਵੇਟ ਕਰੋ, ਪਲੀਜ਼ ਥੋੜਾ ਵੇਟ ਕਰੋ। ਗੱਲ 20 ਸੈਕਿੰਡਸ ਦੋ ਇੱਕ ਵਾਰੀ ਜੀ ਪਲੀਜ਼। ਗਰੇਵਾਲ ਸਾਹਿਬ ਥੋੜਾ ਜਿਹਾ ਆਪਾਂ ਜਿਹੜਾ ਡੈਕੋਰਮ ਹੈ ਤਹਿਜ਼ੀਬ ਦਾ ਉਹਦਾ ਧਿਆਨ ਰੱਖੀਏ। ਪਰਸਨਲ ਤੌਰ ਤੇ ਨਹੀਂ ਐਵੇਂ ਡਿਬੇਟ ਨਹੀਂ ਹੋ ਪਾਏਗੀ ਨਾ। ਜੋਸ਼ੀ ਪਲੀਜ਼ ਥੋੜਾ ਵੇਟ ਕਰਨਾ ਹੋਵੇਗਾ। ਧਰਮ ਦੀ ਗੱਲ ਕਿਉਂ ਕੀਤੀ ਜੇ? ਤੁਸੀਂ ਜਵਾਬ ਦੇ ਦਿਓ ਤਾਂ ਆਏ ਨਹੀਂ, ਤੁਸੀਂ ਉਹਦਾ ਜਵਾਬ ਤਾਂ ਸੁਣ ਲਓ ਇੱਕ ਵਾਰੀ ਸੁਣ ਲੈਣਾ, ਜਵਾਬ ਸੁਣ ਲਓ। ਨਹੀਂ ਸੁਣੋਗੇ ਬੇਇੱਜ਼ਤੀ ਆਪਣੇ ਧਰਮ ਦੀ। ਥੈਂਕ ਯੂ
ਥੈਂਕ ਯੂ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਐਂਟੀ ਹਿੰਦੂ ਗੱਲਾਂ ਕਰਕੇ ਤੁਸੀਂ ਚਲੋ ਗਰੇਵਾਲ ਸਾਹਿਬ ਤੁਸੀਂ ਵੀ ਵੇਟ ਕਰੋ, ਤੁਸੀਂ ਵੀ ਵੇਟ ਕਰੋ, ਰੋਮਾਂਟਿਕ ਗੱਲ ਕਰਦੇ ਤੁਸੀਂ ਨਹੀਂ ਇਸ ਤਰੀਕੇ ਨਾਲ ਦੇਖ ਕੇ ਜਾਣਾ ਪਏਗਾ। ਮੈਂ ਉਹੀ ਕਹਿ ਰਿਹਾ ਕਿ ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਏਗੀ। ਗੱਲ ਪਹੁੰਚੀ ਸਾਡੇ ਧਰਮ ਦੀ ਬੇਇੱਜ਼ਤੀ ਕੀਤੀ ਨਹੀਂ ਪਹੁੰਚੇਗਾ ਸਰ, ਆਪਾਂ ਚਾਰ ਜਣੇ ਸਮਝ ਆ ਗਿਆ, ਪਾਤਰ ਦੀ ਬੇਇੱਜ਼ਤੀ ਕੀਤੀ ਪਤਾ ਲੱਗ ਰਿਹਾ ਤੁਸੀਂ ਮੰਗੇ ਦਰਸ਼ਕਾਂ ਨੂੰ ਕਿਵੇਂ ਪਤਾ ਲੱਗ ਰਿਹਾ ਮਾਫੀ ਮੰਗੇ ਮੈਂ ਆਪ ਕਰੇ ਵਾਲੇ ਤੋਂ ਠੀਕ ਹੈ, ਗੁੱਸਾ ਜਾਇਜ਼ ਹੈ ਸਰ, ਪਰ ਉਸ ਗੱਲ ਨੂੰ ਆਪਣੀ ਕੰਪਲੀਟ ਕਰ ਲੈਣ ਦਿਓ। ਗੱਲ ਕੰਪਲੀਟ ਦਾ ਮਤਲਬ ਬੇਇੱਜ਼ਤੀ ਸਾਰੀ ਆਪਣੇ ਧਰਮ ਦੀ ਥੋੜਾ ਜਿਹਾ ਫਿਰ ਗੱਲ ਤਾਂ ਕੰਪਲੀਟ ਕਰਨ ਦਾ ਹੋਰ ਗੱਲ ਦਾ ਕੀ ਮਤਲਬ ਕੀ ਹੈ? ਸ਼ਰਮ ਪਹਿਲਾਂ ਮਾਫੀ ਮੰਗੇ। ਖਬਰਦਾਰ ਰਮਾਇਣ ਦੇ ਉੱਤੇ ਜਾਂ ਰਮਾਇਣ ਦੇ ਕਿਸੇ ਪਾਤਰ ਦੇ ਉੱਤੇ ਗੱਲ ਕੀਤੀ, ਚੁੱਪ ਕਰੋ, ਖਬਰਦਾਰ ਬਹੁਤ ਹੋ ਗਿਆ, ਤਹਿਸੀਬ ਨਾਲ ਗੱਲ ਕਰੋ। ਠੀਕ ਹੈ, ਥੋੜਾ ਵੇਟ ਕਰੋ, ਇਹੀ ਗੱਲ ਸਭ ਕੰਪਲੀਟ ਕਰੋ, ਪਲੀਜ਼। ਇਹੀ ਗੱਲ ਮੈਨੂੰ ਅੰਮ੍ਰਿਤਪਾਲ ਵਾਲੇ ਕਹਿ ਰਹੇ ਸੀਗੇ, ਪਹਿਲੀ ਗੱਲ। ਦੂਜੀ ਗੱਲ, ਆਪਾਂ ਹਰ ਸਾਲ ਦੁਸ਼ਹਿਰੇ ਤੇ ਕਿਉਂ ਅੱਗ ਲਾਉਂਦੇ ਰਮਾਇਣ ਨਾਲ ਕੰਪੇਅਰ ਕੀਤਾ। ਚੁੱਪ ਕਰੋ ਰਾਜਨੀਤਿਕ ਬਿਆਨ ਦੋ, ਰਾਜਨੀਤਿਕ ਧਰਮ ਦੀ ਗੱਲ ਕੀਤੀ ਨਾ ਤੇ ਗਲਤ ਹੋਏਗਾ ਨਤੀਜਾ। ਗੱਲ ਕੰਪਲੀਟ ਹੋ ਲੈਣ ਦਿਓ ਪਲੀਜ਼, ਗੱਲ ਕੰਪਲੀਟ ਇੱਕ ਵਾਰੀ ਹੋ ਲੈਣ ਦਿਓ। ਜਿਹੜਾ ਗਲਤ ਕਰਨਾ ਪਣ ਜੀ, ਮੇਰੀ ਗੱਲ ਸੁਣੋ, ਮੈਨੂੰ ਗੱਲ ਕਰਨ ਦਿਓ। ਸ਼ਿਸ਼ਟਾਚਾਰ, ਤਮੀਜ਼, ਸਭ ਕੁਝ ਸਾਹਮਣੇ ਆ ਗਿਆ, ਸਭ ਕੁਝ ਸਾਹਮਣੇ ਆ ਗਿਆ। ਮੈਂ ਟੀਵੀ ਸੀਰੀਅਲ ਦੀ ਗੱਲ, ਜਿਸ ਬੰਦੇ ਨੂੰ ਕਿਸੇ ਧਰਮ ਦੀ ਇੱਜ਼ਤ ਕਰਨੀ ਨਹੀਂ ਆਉਂਦੀ, ਕਿਸੇ ਧਰਮ ਦੇ ਗ੍ਰੰਥ ਦੀ, ਉਸ ਗ੍ਰੰਥ ਦੇ ਪਾਤਰ ਦੀ ਇੱਜ਼ਤ ਕਰਨੀ ਆਉਂਦੀ, ਔਰ ਕਿੰਨੇ ਆਰਾਮ ਨਾਲ ਬੋਲਦਾ, ਸਭ ਕੁਝ ਸਾਹਮਣੇ ਆ ਗਿਆ। ਆਹ ਸਾਹਮਣੇ ਨਜ਼ਰ ਆਇਆ ਤੁਹਾਡਾ ਚਿਹਰਾ। ਨਹੀਂ ਜੋਸ਼ੀ ਜੀ ਪਲੀਜ਼ ਕਰਨਾ ਹੋਏਗਾ ਨਾ, ਤੁਸੀਂ ਆਪਣੇ ਪੁਆਇੰਟ ਦੇ ਉੱਤੇ ਗੱਲ ਰੱਖ ਲਿਓ, ਇੱਕ ਵਾਰ ਉਹਨਾਂ ਨੂੰ ਕੰਪਲੀਟ ਕਰ ਲੈਣ ਤੋਂ ਤਾਂ ਹੀ ਗੱਲ ਅੱਗੇ। ਮੈਂ ਆਪਣੇ ਧਰਮ ਦੀ ਬੇਇੱਜ਼ਤੀ ਨਹੀਂ ਸਹੂੰਗਾ, ਆਪਣੇ ਧਰਮ ਦੇ ਕਿਸੇ ਵੀ ਗੱਲ ਇਹ ਨਾ, ਜੇ ਹੁਣ ਮੈਂ ਸਿੱਧਾ ਪੁਆਇੰਟ ਦੇ ਉੱਤੇ ਨਹੀਂ ਜੋਸ਼ੀ ਜੀ ਗੱਲ ਸੁਣੋ ਪਲੀਜ਼। ਜੇ ਤੁਹਾਨੂੰ ਇੰਨਾ ਲੱਗ ਰਿਹਾ ਹੈ ਤੁਹਾਡੇ ਕੋਲ ਹਰ ਤਰ੍ਹਾਂ ਦਾ ਬਦਲ ਖੁੱਲਿਆ ਨਾ ਸਰ, ਤੁਹਾਡੇ ਕੋਲ ਹਰ ਤਰ੍ਹਾਂ ਦਾ ਬਦਲ ਖੁੱਲਿਆ, ਤੁਸੀਂ ਪਲੀਜ਼ ਥੋੜਾ ਜਿਹਾ ਵੇਟ ਕਰ ਲਓ, ਇੱਕ ਵਾਰ ਉਹਨਾਂ ਨੂੰ ਗੱਲ ਕੰਪਲੀਟ ਕਰ ਲੈਣ ਦਿਓ। ਗਰੇਵਾਲ ਸਾਹਿਬ ਮੇਰੀ ਗੱਲ ਸਿਰਫ ਇੰਨੀ ਹੈ ਕਿ ਅੱਜ ਸਭ ਕੁਝ ਸੁਣੇਗਾ, ਸ਼ਿਸ਼ਟਾਚਾਰ ਵੀ ਸੁਣੇਗਾ, ਇੱਜ਼ਤ ਵੀ ਸੁਣੇਗੀ, ਇਹਨਾਂ ਦਾ ਸੱਭਿਆਚਾਰ ਵੀ ਸੁਣੇਗਾ ਤੇ ਇਹਨਾਂ ਦੀ ਸੱਭਿਅਤਾ ਵੀ ਦਿਖੇਗੀ। ਗੱਲ ਸਿਰਫ ਇੰਨੀ ਹੈ ਕਿ ਅੱਜ ਆਪੋਜੀਸ਼ਨ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਅਸੀਂ ਜਾਈਏ ਕਿੱਧਰ ਨੂੰ। ਸਾਡੇ ਕੋਲ ਕੰਸਟਰਕਟਿਵ ਕ੍ਰਿਟਿਸਿਜ਼ਮ ਕਰਨ ਨੂੰ ਕੁਝ ਹੈ ਨਹੀਂ, ਤੇ ਹੁਣ ਅਸੀਂ ਜੋ ਕਹਿ ਰਹੇ ਸੀ ਕਿ ਸਭ ਰਲੇ ਹੋਏ ਨੇ। ਐਂਡ ਅੱਜ ਮੇਰੇ ਤੇ ਧਰਮ ਦੇ ਇਲਜ਼ਾਮ ਮੇਰੇ ਤੇ ਜੀ ਕੱਟੜਪੰਥੀ ਸ਼ੁਰੂ ਤੋਂ ਲਾਉਂਦੇ ਰਹੇ ਨੇ, ਸਾਰੇ ਪਾਸਿਆਂ ਦੇ ਕੱਟੜਪੰਥੀ ਲਾਉਂਦੇ ਰਹੇ ਨੇ। ਐਂਡ ਜੋ ਮੈਂ ਬਚਪਨ ਚ ਰਮਾਇਣ ਮਹਾਭਾਰਤ ਲਿਖੀ, ਮੈਂ ਤਾਂ ਕਿਹਾ ਮੈਨੂੰ ਤਾਂ ਪਾਤਰ ਲੱਗੇ ਜੀ ਕਿ ਇਹੋ ਜਿਹੇ ਹੁੰਦੇ ਆ ਵਿਲਨ, ਜਿਵੇਂ ਪਾਤਰ ਹੱਸਦੇ ਆ। ਮੈਂ ਸਿਰਫ ਇੰਨੀ ਗੱਲ ਕਹੀ ਤੇ ਜਿਸ ਤਰ੍ਹਾਂ ਗੌਰਵ ਜੀ ਅਸੀਂ ਕੱਟੜਪੰਥੀ ਨਹੀਂ ਸਰ, ਤੁਸੀਂ ਇਹਨਾਂ ਨੂੰ ਵੇਟ ਹੀ ਦੇ ਰਹੇ ਹੋ ਆਮ ਆਦਮੀ ਪਾਰਟੀ ਵਾਲੇ ਇਸ ਚੈਨਲ ਤੇ। ਕਮਾਲ ਕਰ ਰਹੇ ਹੋ ਤੁਸੀਂ ਪਿਛਲੇ 15 ਮਿੰਟ ਦੇ ਵਿੱਚ ਤੁਸੀਂ ਕਿੰਨਾ ਬੋਲੇ ਹੋ, ਫਿਰ ਤੁਸੀਂ ਆਪਣੀ ਗੱਲ ਰੱਖਿਓ ਨਾ ਸਰ। ਨਹੀਂ ਜੋਸ਼ੀ ਐਵੇਂ ਥੋੜੀ ਡਿਬੇਟ ਹੁੰਦੀ ਹੈ। ਇੱਕ ਬੰਦਾ ਸਾਨੂੰ ਕੱਟੜਪੰਥੀ ਕਹਿਣ ਡਿਆ, ਤੁਸੀਂ ਕਿਦਾਂ ਸੁਣਦੇ ਹੋ? ਤੁਸੀਂ ਆਪਣਾ, ਮੈਂ ਥੋੜੀ ਰੋਕਾਂਗਾ ਸਰ, ਤੁਸੀਂ ਰੋਕਣਾ ਨਾ, ਤੁਸੀਂ ਜਦੋਂ ਤੁਹਾਡਾ ਟਾਈਮ ਹੋਏਗਾ ਤੁਸੀਂ ਰੋਕਿਓ, ਮੇਰਾ ਕੰਮ ਥੋੜੀ ਹੈ ਨਾ ਸਰ। ਕੱਟੜਪੰਥੀ ਅਸੀਂ ਕੱਟੜਪੰਥੀ ਕਿੱਥੋਂ ਹੋ ਗਏ? ਨਹੀਂ ਤੁਸੀਂ ਨਹੀਂ ਹੋਣਾ, ਤੁਸੀਂ ਆਪਣਾ ਜਵਾਬ ਦੇ ਲਿਓ, ਸਾਨੂੰ ਸਰਟੀਫਿਕੇਟ ਰਹੇਗਾ, ਆਪਣਾ ਜਵਾਬ ਦੇ ਲਿਓ ਨਾ। ਤੁਸੀਂ ਮੇਰੇ ਸਾਹਮਣੇ ਕਿਉਂ ਚੁੱਕ ਰਹੇ ਹੋ? ਜੇ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਇਨਸਲਟ ਕਰ ਰਿਹਾ ਵਾ, ਤੁਹਾਡੀ ਇਨਸਲਟ ਕਰ ਰਹੇ ਸਰ, ਕਾਨੂੰਨ ਵਾਲਾ ਤੁਹਾਡੇ ਕੋਲ ਬਦਲ ਖੁੱਲਾ ਹੈ। ਨਹੀਂ ਜੋਸ਼ੀ ਜੀ, ਪੰਜਾਬੀ ਹੋਰ ਦੀ ਇਨਸਲਟ ਕਰ ਰਿਹਾ। ਠੀਕ ਹੈ, ਤੁਸੀਂ ਪੰਜਾਬੀ ਨਹੀਂ ਨਹੀਂ ਤੁਸੀਂ ਵੇਟ ਕਰੋ ਨਾ ਸਰ। ਜੇ ਤੁਹਾਨੂੰ ਵਾਕਈ ਲੱਗ ਰਿਹਾ ਹੈ ਕਿ ਉਹ ਇਨਸਲਟ ਕਰ ਰਹੇ ਨੇ, ਤੁਹਾਡੇ ਕੋਲ ਕਾਨੂੰਨੀ ਰੂਪ ਵੀ ਖੁੱਲਾ ਹੈ, YouTube ਤੇ ਤੁਹਾਨੂੰ ਮਿਲੇਗਾ, ਤੁਸੀਂ ਕਾਨੂੰਨੀ ਕਾਰਵਾਈ ਕਰੋ ਨਾ। ਜੇ ਤੁਹਾਨੂੰ ਲੱਗ ਰਿਹਾ ਗਲਤ ਕੀਤਾ, ਤੁਸੀਂ ਕਾਨੂੰਨੀ ਕਾਰਵਾਈ ਕਰਿਓ। ਮੈਂ ਉਹੀ ਕਹਿ ਰਿਹਾ ਨਾ, ਥੋੜਾ ਵੇਟ ਕਰੋ ਪਲੀਜ਼, ਥੋੜਾ ਵੇਟ ਕਰੋ। ਗਰੇਵਾਲ ਸਾਹਿਬ ਤੁਸੀਂ ਵੇਟ ਕਰੋ। ਨਹੀਂ ਧਰਮ ਵੱਲੋਂ ਕਿਸੇ ਸਾਡੇ ਵੇਦ ਗ੍ਰੰਥ ਵੱਲੋਂ ਤੇ ਉਹਦੇ ਪਾਤਰ ਵੱਲੋਂ ਗੱਲ ਕੀਤੀ, ਐਦਾਂ ਹੀ ਜ਼ਬਾਨ ਪਰ ਠੀਕ ਹੈ, ਥੋੜਾ ਵੇਟ ਕਰੋ ਗਰੇਵਾਲ ਸਾਹਿਬ, ਤੁਸੀਂ ਵੇਟ ਕਰੋ। ਕਲੇਰ ਸਾਹਿਬ ਇੱਕ ਸੈਕਿੰਡ ਸਰ, ਇੱਕ ਸੈਕਿੰਡ, ਆਪਾਂ ਡਿਬੇਟ ਨੂੰ ਅੱਗੇ ਵਧਾਈਏ। ਨਹੀਂ ਗਰੇਵਾਲ ਸਾਹਿਬ ਵੇਟ ਕਰ ਲਿਓ ਥੋੜਾ ਜਿਹਾ ਪਲੀਜ਼, ਰਿਕੁਐਸਟ ਹੈ। ਜੋਸ਼ੀ ਜੀ ਤੁਹਾਨੂੰ ਵੀ ਰਿਕੁਐਸਟ ਹੈ, ਮੈਂ ਅੱਗੇ ਮੈਂ ਤੁਹਾਡੇ ਕੋਲ ਵਾਪਸ ਆਉਣਾ, ਤੁਸੀਂ ਜਵਾਬ ਤਾਂ ਦੇਣੀ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਨੇ ਇਲਜ਼ਾਮ ਲਗਾਏ ਆ। ਕਲੇਰ ਸਾਹਿਬ ਪੁਆਇੰਟ ਇਹ ਹੈ ਕਿ ਤੁਸੀਂ ਸ਼ਿਸ਼ਟਾਚਾਰ ਦਾ ਜੀ, ਗਰੇਵਾਲ ਸਾਹਿਬ ਮੈਂ ਆਉਂਗਾ ਤੁਹਾਡੇ ਕੋਲ, ਬੇਫਿਕਰ ਹੋ, ਸਮਾਂ ਤਾਂ ਜਿੰਨਾ ਹੁਣ ਬਾਕੀ ਆਪਣੇ ਕੋਲ ਸਾਰਿਆਂ ਦੇ ਕੋਲ ਪਹੁੰਚਣਾ ਹੈ ਨਾ। ਠੀਕ ਹੈ, ਥੋੜਾ ਵੇਟ ਕਰਿਓ। ਕਲੇਰ ਸਾਹਿਬ ਤੁਸੀਂ ਸ਼ਿਸ਼ਟਾਚਾਰ ਦਾ ਜ਼ਿਕਰ ਕਰ ਰਹੇ ਹੋ, ਸ਼ਿਸ਼ਟਾਚਾਰ ਇਸ ਤਰੀਕੇ ਦਾ ਜਦੋਂ ਵਿਧਾਨ ਸਭਾ ਦੇ ਅੰਦਰ ਸੀ, ਦੋਵੇਂ ਆਗੂ ਬਤੌਰ ਵਿਧਾਇਕ ਉਸ ਸਮੇਂ ਨਹੀਂ ਨਜ਼ਰ ਆਇਆ। ਸ਼ਿਸ਼ਟਾਚਾਰ ਜਦੋਂ 2022 ਦੀਆਂ ਵੋਟਾਂ ਦੇ ਸਮੇਂ ਇੱਕ ਬੂਥ ਦੇ ਬਾਹਰ ਮਿਲੇ ਸੀ, ਤਾਂ ਉਸ ਸਮੇਂ ਜੱਫੀ ਵਾਲਾ ਸ਼ਿਸ਼ਟਾਚਾਰ ਲੋਕਾਂ ਨੂੰ ਨਜ਼ਰ ਨਹੀਂ ਆਇਆ। ਗੌਰਵ ਜੀ ਮੈਨੂੰ ਇੱਕ ਗੱਲ ਬੜੀ ਹੈਰਾਨ ਕਰਦੀ ਹੈ ਅੱਜ ਜੋ ਆਮ ਆਦਮੀ ਪਾਰਟੀ ਗੱਲਾਂ ਕਰ ਰਹੀ ਹੈ, ਔਰ ਖਾਸ ਕਰਕੇ ਬਾਬ ਗਰੇਵਾਲ ਸਾਹਿਬ ਇਹ ਕਹਿੰਦੇ ਜੀ ਦੇਖੋ ਇੱਕ ਪਾਰਟੀ ਦਾ ਬੰਦਾ ਦੂਜੇ ਚ, ਦੂਜੀ ਦਾ ਤੀਜੇ ਤੇ ਸਾਰੇ ਮਿਲੇ ਹੋਏ ਨੇ। ਅੱਜ ਆਮ ਆਦਮੀ ਪਾਰਟੀ ਆਪਣੇ ਅੰਦਰ ਝਾਤ ਮਾਰੇ, ਇਹ 80% ਉਹ ਲੋਕ ਨੇ ਜਿਹੜੀਆਂ ਦੂਜੀਆਂ ਵਿਚਾਰਧਾਰਾ ਚੋਂ ਆਮ ਆਦਮੀ ਪਾਰਟੀ ਚ ਆਏ ਨੇ। ਇਹ ਬਾਬ ਗਰੇਵਾਲ ਸਾਹਿਬ ਇਹ ਕੋਈ ਜੰਮੇ ਆਮ ਆਦਮੀ ਪਾਰਟੀ ਸੀ? ਪੁੱਛੋ ਇਹਨਾਂ ਨੂੰ, ਇਹ ਕੇਜਰੀਵਾਲ ਦੇ ਨਾਲ ਵਾਲੇ ਘਰ ਚ ਜੰਮੇ ਸੀ? ਇਹ ਵੀ ਕਿਸੇ ਹੋਰ ਵਿਚਾਰਧਾਰਾ ਨੂੰ ਫੋਲੋ ਕਰਦੇ ਕਰਦੇ ਇਹ ਅੱਜ ਆਮ ਆਦਮੀ ਪਾਰਟੀ ਚ ਪਹੁੰਚੇ ਨੇ। ਪਰ ਮੈਂ ਇੱਕ ਸਵਾਲ ਕਰਦਾ ਇਹਨਾਂ ਨੂੰ, ਇਹ ਇਸ ਗੱਲ ਦਾ ਮੈਨੂੰ ਜਵਾਬ ਦੇ ਦੇਣ ਕਿ ਅਰਵਿੰਦ ਕੇਜਰੀਵਾਲ ਉਹ ਸ਼ਖਸ ਜਿਹਨੇ ਆਪਣੇ ਬੱਚਿਆਂ ਦੀ ਸਹੁੰ ਖਾਦੀ ਸੀ ਕਿ ਮੈਂ ਕਾਂਗਰਸ ਦੀ ਸਪੋਰਟ ਨਾਲ
ਸਰਕਾਰ ਨਹੀਂ ਬਣਾਉਂਗਾ। ਬੱਚਿਆਂ ਤੋਂ ਵੱਡਾ ਕਿਸੇ ਲਈ ਕੋਈ ਨਹੀਂ ਹੁੰਦਾ ਤੇ ਰਾਜਨੀਤੀ ਦੀ ਐਡੀ ਭੁੱਖ ਜਾਗੀ ਜੀ। ਕਿ ਪਹਿਲੀ ਸਰਕਾਰ ਹੀ ਕਾਂਗਰਸ ਦੀ ਸਪੋਰਟ ਨਾਲ ਬਣਾਈ। ਜਿਹੜੀ ਸ਼ੀਲਾ ਦੀਕਸ਼ਿਤ ਨੂੰ ਜੇਲ੍ਹ 'ਚ ਸਿੱਟਣ ਦੀਆਂ ਗੱਲਾਂ ਕੀਤੀਆਂ, ਮੈਨੂੰ ਦੱਸੋ ਜੀ ਸ਼ੀਲਾ ਦੀਕਸ਼ਿਤ ਦੇ ਖਿਲਾਫ ਕੋਈ ਕਾਰਵਾਈ ਜੇ ਆਮ ਆਦਮੀ ਪਾਰਟੀ ਨੇ ਕੀਤੀ ਹੋਵੇ? ਨਹੀਂ ਕੀਤੀ। ਔਰ ਦੂਸਰੀ ਜਿਹੜੀ ਵੱਡੀ ਗੱਲ ਹੈ, ਅੱਜ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਜੀ ਸਾਡੇ ਡਰ ਤੋਂ ਵਿਰੋਧੀ ਭੱਜ ਰਹੇ ਨੇ, ਵਿਰੋਧੀ ਜੱਫੀਆਂ ਪਾ ਰਹੇ ਨੇ, ਇਹਨਾਂ ਨੂੰ ਪੁੱਛੋ ਵੀ ਪੰਜਾਬ ਦੇ ਖਰਚੇ ਤੇ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਸਿਰਫ ਹੈਲੀਕਾਪਟਰ 'ਚ ਇਸ ਗੱਲ ਕਰਕੇ ਬਿਠਾਇਆ ਜਾਂਦਾ ਹੈ ਵੀ ਹੈਲੀਕਾਪਟਰ ਹਿੰਦੁਸਤਾਨ 'ਚ ਘੁਮਾ ਲਈਏ, ਇਹ ਫਿਰ ਕਿਹੜੇ ਡਰ ਤੋਂ ਭੱਜੇ ਫਿਰਦੇ ਨੇ? ਜਿਹੜੀ ਕਾਂਗਰਸ ਨੂੰ ਇਹ ਰੋਜ਼ ਬੁਰਾ ਭਲਾ ਬੋਲਦੇ ਨੇ, ਅੱਜ ਉਹਦੇ ਦਰ ਅੱਗੇ ਠੂਠਾ ਵੜ ਕੇ ਕਿਉਂ ਖੜੇ ਨੇ ਵੀ ਸਾਡੀ ਸਪੋਰਟ ਕਰਦੇ? ਉਹਦੇ 'ਚ ਪੰਜਾਬ ਦਾ ਦੱਸੋ ਕੀ ਲੈਣਾ ਦੇਣਾ? ਪੰਜਾਬ ਦੇ ਖਰਚੇ ਤੇ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਦੇ ਲਈ ਜਾਂ ਬਚਾਉਣ ਦੇ ਲਈ ਇਹ ਸਾਰੇ ਦੇਸ਼ 'ਚ ਘੁੰਮ ਰਹੇ ਨੇ। ਇਹਨਾਂ ਨੂੰ ਪੁੱਛੋ ਜਿਹੜੀਆਂ ਪਾਰਟੀਆਂ ਕੋਲੇ ਗਏ ਨੇ, ਇਹ ਸ਼ਿਵ ਸੈਨਾ ਕੋਲੇ ਗਏ ਨੇ, ਹੁਣ ਸ਼ਿਵ ਸੈਨਾ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਨਾਲ ਸਹਿਮਤ ਨੇ? ਫਿਰ ਦੱਸਦੇ ਨੇ ਇਹ ਸ਼ਿਵ ਸੈਨਾ ਦੇ ਜਾ ਕੇ ਉਧਵ ਠਾਕਰੇ ਨੂੰ ਜੱਫੀ ਪਾਈ ਕਿ ਨਹੀਂ ਪਾਈ, ਪਵਾਰ ਸਾਹਿਬ ਨੂੰ ਜੱਫੀ ਪਾਈ ਕਿ ਨਹੀਂ ਪਾਈ, ਸ਼ਿਬੂ ਸੋਰੇਨ ਨੂੰ ਜੱਫੀ ਪਾਈ ਕਿ ਨਹੀਂ ਪਾਈ? ਕੀ ਉਹ ਸਾਰੇ ਲੋਕ ਇਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨੇ? ਸੋ ਜਿਹੜਾ ਆਪ ਉਹ ਕੰਮ ਕਰ ਰਹੇ ਨੇ, ਇਹ ਦੂਜਿਆਂ ਤੇ ਸਵਾਲ ਚੱਕਣ ਸ਼ੋਭਾ ਨਹੀਂ ਦਿੰਦਾ। ਮੈਂ ਤਾਂ ਫੇਰ ਪੁੱਛਦਾ ਤੇ ਬਾਬ ਗਰੇਵਾਲ ਜੀ, ਦੇਖੋ ਹੱਸਣਾ ਬਹੁਤ ਸੌਖਾ ਹੈ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਪੰਜਾਬੀ ਹੋਣ ਦੇ ਨਾਤੇ, ਜੋ ਤੁਹਾਡਾ ਮੁੱਖ ਮੰਤਰੀ ਸਟੇਜਾਂ ਤੇ ਚੜ ਕੇ ਗੰਦ ਬਕਦਾ ਰਿਹਾ, ਦੂਜੀਆਂ ਪੋਲੀਟੀਕਲ ਪਾਰਟੀਆਂ ਵਾਸਤੇ ਬਕਦਾ ਰਿਹਾ, ਇੰਨਾ ਮੈਨੂੰ ਲੱਗਦਾ ਨਾ ਪੰਜਾਬ ਦੇ ਕਿਸੇ ਲੀਡਰ ਨੇ ਅੱਜ ਤੱਕ ਨਹੀਂ ਬਕਿਆ ਜਿੰਨਾ ਤੁਹਾਡੇ ਮੁੱਖ ਮੰਤਰੀ ਨੇ ਬਕਿਆ। ਕੀ ਉਹ ਸ਼ਖਸ ਮੁੱਖ ਮੰਤਰੀ ਰਹਿਣ ਦੇ ਕਾਬਲ ਹੈ? ਜਿਹੜਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਕਰ ਸਕਦਾ, ਜਿਹੜਾ ਪੁਰਾਣੇ ਡਿਪਟੀ ਸੀਐਮ ਜਾਂ ਮੁੱਖ ਮੰਤਰੀਆਂ ਦੀ ਘਰ ਵਾਲੀ ਬਾਰੇ ਬੋਲ ਸਕਦਾ ਹੈ, ਤੇ ਤੁਸੀਂ ਤਾਂ ਉਹਦੇ ਪਿੱਛੇ ਖੜੇ ਹੋ। ਜੇ ਦੂਜਿਆਂ ਨੇ, ਦੇਖੋ ਮੈਂ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਪੋਲੀਟੀਕਲ ਵਿਚਾਰਧਾਰਾ ਜਿੱਦੀ ਮਰਜ਼ੀ ਵੱਖਰੀ ਹੋਵੇ, ਜੇ ਦੋ ਇਨਸਾਨ ਚਾਹੇ 10 ਸਾਲ ਬਾਅਦ ਮਿਲੇ, ਇਸ ਤੋਂ ਪਹਿਲਾਂ ਵੀ ਉਹ ਦੋਸਤ ਸੀ, ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਸਾਹਿਬ ਬੀਜੇਪੀ ਦੇ ਅੰਮ੍ਰਿਤਸਰੋਂ ਇਲੈਕਸ਼ਨਾਂ ਲੜਦੇ ਰਹੇ ਨੇ, ਭਰਾਵਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਵੀ ਮਨਮਟਾਵ ਹੋ ਜਾਂਦੇ ਨੇ, ਫੇਰ ਇਕੱਠੇ ਹੋ ਜਾਂਦੇ ਨੇ, ਪਰ ਜਿਹੜਾ ਤਰਕ ਆਮ ਆਦਮੀ ਪਾਰਟੀ ਇਹ ਤਰਕ ਮੈਨੂੰ ਲੱਗਦਾ ਐਕਸੈਪਟੇਬਲ ਨਹੀਂ। ਇਹ ਦੱਸ ਦੇਣ ਕਿ ਅਰਵਿੰਦ ਕੇਜਰੀਵਾਲ ਬੱਚਿਆਂ ਦੀ ਸਹੁੰ ਖਾ ਕੇ ਕਾਂਗਰਸ ਦੇ ਪਿੱਛੇ ਕਿਉਂ ਫਿਰ ਰਿਹਾ ਹੈ, ਉਹ ਦੱਸ ਦੇਣੇ ਪਹਿਲਾਂ ਇਸ ਗੱਲ ਨੂੰ। ਠੀਕ ਹੈ ਗਰੇਵਾਲ ਸਾਹਿਬ, ਬਹੁਤ ਛੋਟਾ ਸਟੇਟਮੈਂਟ ਰੱਖਿਓ ਤੇ ਮੇਰੀ ਰਿਕੁਐਸਟ ਹੈ ਸਾਰੇ ਮਹਿਮਾਨਾਂ ਨੂੰ ਕਿ ਆਪਾਂ ਡਿਬੇਟ ਪੁਆਇੰਟਸ ਜਾਂ ਜਿਹੜੇ ਡਿਬੇਟ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਉੱਥੇ ਰਹੀਏ। ਗਰੇਵਾਲ ਸਾਹਿਬ ਥੋੜਾ ਛੋਟਾ ਰਿਐਕਸ਼ਨ ਪਰ ਜ਼ਰੂਰੀ। ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ 3 ਵਾਰੀ ਚੁਣਿਆ। ਸ਼ਿਸ਼ਟਾਚਾਰ, ਸੱਭਿਆਚਾਰ, ਸ਼ਬਦਾਵਲੀ ਤੇ ਪਰਸਨਲ ਅਟੈਕਸ ਨੂੰ ਅੱਜ ਸਾਰੇ ਸੁਣ ਜਾਣਗੇ ਜੀ, ਸਭ ਤੋਂ ਸੁਣ ਜਾਣਗੇ। ਹੈਲੀਕਾਪਟਰ ਤੇ ਕਿਤੇ ਨਹੀਂ ਜਾਇਆ ਜਾਂਦਾ, ਜਹਾਜ਼ ਤੇ ਕਮਰਸ਼ੀਅਲ ਫਲਾਈਟਸ ਹੁੰਦੀਆਂ ਨੇ ਜਿਹਦੇ ਜਾਇਆ ਜਾਂਦਾ। ਇੱਕ ਸਵਾਲ ਕਾਂਗਰਸ ਤੇ ਅਕਾਲੀ ਦਲ ਨੂੰ, ਫੈਡਰਲ ਸਟਰਕਚਰ, ਫੈਡਰਲ ਢਾਂਚਾ, ਜੇ ਤੁਹਾਨੂੰ ਲੱਗਦਾ ਕਿ ਠੀਕ ਹੈ ਤੇ ਬੀਜੇਪੀ ਉਸ ਚੀਜ਼ ਨੂੰ ਰਫ ਸ਼ਾਟ ਕਰ ਰਹੀ ਹੈ, ਕੀ ਤੁਸੀਂ ਇਹ ਮੰਨਦੇ ਹੋ ਕਿ ਸੁਪਰੀਮ ਕੋਰਟ ਦਾ ਇੱਕ ਕਨਸਟੀਟਿਊਸ਼ਨ ਬੈਂਚ ਇੱਕ ਆਰਡਰ ਦਿੰਦਾ ਹੈ ਤੇ ਕੇਂਦਰ ਸਰਕਾਰ ਰਾਤ ਨੂੰ 11 ਵਜੇ ਇੱਕ ਆਰਡੀਨੈਂਸ ਲੈਂਦੀ ਹੈ, ਕੀ ਤੁਸੀਂ ਮੰਨਦੇ ਹੋ ਠੀਕ ਹੈ? ਜੇ ਉਹ ਠੀਕ ਹੈ ਪਲੀਜ਼ ਤੁਸੀਂ ਬੀਜੇਪੀ ਦਾ ਸਮਰਥਨ ਕਰੋ, ਜੇ ਉਹ ਠੀਕ ਨਹੀਂ ਤੁਹਾਡੀ ਮਰਜ਼ੀ, ਤੁਹਾਡੇ ਤੋਂ ਸਾਥ ਮੰਗਿਆ ਨਹੀਂ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਕਲੇਟ ਸਾਹਿਬ ਰਿਐਕਸ਼ਨ ਦਿਓ, ਫਿਰ ਇਹ ਭੁੱਲ ਜਾਣਗੇ। ਚਲੋ ਠੀਕ ਹੈ, ਬੋਲ ਦਿਓ ਇੱਕ ਵਾਰੀ, ਤੁਸੀਂ ਆਪਣੀ ਗੱਲ ਰੱਖੋ। ਇਹਨਾਂ ਨੂੰ ਦੇਖੋ ਗੌਰਵ ਜੀ, ਇੱਕ ਚੀਜ਼ ਇਹਨਾਂ ਨੂੰ ਇਹ ਵੀ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਲੈਜਿਸਲੇਟਿਵ ਹੈ ਉਹ ਅਗਰ ਤੁਸੀਂ ਦੇਖੋਗੇ ਤਾਂ ਲੈਜਿਸਲੇਟਿਵ ਲਾਜ਼ ਨੂੰ ਅਮੈਂਡ ਕਰ ਸਕਦਾ ਹੈ। ਇਹ ਇੱਕ ਵਿਸ਼ਾ ਹੈ, ਇੱਕ ਵਿਸ਼ਾ ਹੈ। ਗੱਲ ਉਰੇ ਹੋ ਰਹੀ ਹੈ ਵਿਚਾਰਧਾਰਾ ਦੀ, ਗੱਲ ਉਰੇ ਹੋ ਰਹੀ ਹੈ ਕਿ ਜੋ ਅਰਵਿੰਦ ਕੇਜਰੀਵਾਲ ਕਹਿੰਦਾ ਰਿਹਾ, ਜੋ ਭਗਵੰਤ ਮਾਨ ਕਹਿੰਦੇ ਰਹੇ, ਅੱਜ ਉਹਦੇ ਉਲਟ ਜਾ ਕੇ ਜਿਹੜੀ ਕਾਂਗਰਸ ਨੂੰ ਤੁਸੀਂ ਕਹਿੰਦੇ ਹੋ ਕਰਪਟ ਹੈ, ਜਿਹੜੀ ਕਾਂਗਰਸ ਨੂੰ ਤੁਸੀਂ ਕਹਿੰਦੇ ਹੋ ਜੀ ਪੰਜਾਬ ਨੂੰ ਖਾ ਗਈ, ਦੇਸ਼ ਨੂੰ ਖਾ ਗਈ, ਅੱਜ ਉਹਦੇ ਪਿੱਛੇ ਠੂਠਾ ਲੈ ਕੇ ਕਿਉਂ ਫਿਰਦੇ ਹੋ? ਕਿਉਂਕਿ ਅਰਵਿੰਦ ਕੇਜਰੀਵਾਲ ਦੀ ਕੁਰਸੀ ਹੈ। ਤੇ ਮੈਨੂੰ ਇੱਕ ਇਹਨਾਂ ਨੂੰ ਪੁੱਛ ਕੇ ਦੱਸਿਓ ਜੀ, ਜਿਹੜਾ ਧਰਮਸ਼ਾਲਾ ਦੇ ਵਿੱਚ ਮੈਦਾਨ ਦੇ ਵਿੱਚ ਉਤਰਿਆ ਸੀ, ਉਹ ਕਿਹੜੀ ਕਮਰਸ਼ੀਅਲ ਫਲਾਈਟ ਉਤਰੀ ਸੀ ਜੀ? ਉੱਥੇ ਕਿਹੜਾ ਸਰਕਾਰੀ ਕੰਮ ਸੀਗਾ ਜਿੱਥੇ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ ਮਾਤਾ ਜੀ, ਭੈਣ ਜੀ ਤੇ ਪਤਨੀ ਨੂੰ ਲੈ ਕੇ ਮੈਚ ਦੇਖਣ ਗਏ ਸੀ? ਕਿਹੜੀ ਕਮਰਸ਼ੀਅਲ ਫਲਾਈਟ 'ਚ ਗਏ ਸੀ? ਹੈਲੀਕਾਪਟਰ ਸੀ ਪੰਜਾਬ ਸਰਕਾਰ ਦਾ ਜੀ। ਖੜਿਆਲ ਸਾਹਿਬ ਤੁਸੀਂ ਆਪਣੀ ਗੱਲ ਰੱਖੋ, ਪਰ ਉਸ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਇੱਕ ਟਵੀਟ ਜੋ ਦਰਸ਼ਕਾਂ ਦੇ ਲਈ ਤੇ ਸ਼ਾਇਦ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ, ਇਨਫੈਕਟ ਸ਼ਾਇਦ ਤੁਸੀਂ ਉਹ ਪੜ੍ਹਿਆ ਹੋਵੇ। ਉਹਨਾਂ ਨੇ ਲਿਖਿਆ ਕਿ 6 ਸਾਲ ਤੋਂ ਨਵਜੋਤ ਸਿੰਘ ਸਿੱਧੂ ਜੀ ਨੇ ਰੈਲੀਆਂ ਦੇ ਵਿੱਚ ਸਿਰਫ ਇੱਕ ਹੀ ਗੱਲ ਕੀਤੀ ਹੈ ਕਿ ਮਜੀਠੀਆ ਨਸ਼ਾ ਤਸਕਰ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ। ਆਮ ਜ਼ਿੰਦਗੀ ਦੇ ਵਿੱਚ ਮਿਲਣਾ, ਹੱਥ ਮਿਲਾਉਣਾ ਵੱਖਰੀ ਚੀਜ਼ ਹੈ, ਪਰ ਸਿੱਧੂ ਸਾਹਿਬ ਦੇ ਮਜੀਠੀਆ ਪ੍ਰਤੀ ਅੱਜ ਦੇ ਰਵੱਈਏ ਤੋਂ ਕਾਂਗਰਸ ਦਾ ਵਰਕਰ ਬਹੁਤ ਹਤਾਸ਼ ਹੈ। ਗੱਲ ਇਸ ਤਰ੍ਹਾਂ ਗੌਰਵ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਵਾਂਗੂ ਨਾ ਕਿਸੇ ਲੀਡਰ ਦੇ ਬੋਲਣ ਤੇ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਐਕਸਰਸਾਈਜ਼ ਕਰਨ ਤੇ, ਲੋਕਤੰਤਰ ਦੀ ਰਾਈਟ ਨੂੰ ਐਕਸਰਸਾਈਜ਼ ਕਰਨ ਤੇ ਅਸੀਂ ਉਹਨਾਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੇ, ਜਿਵੇਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਛੋਟੇਪੁਰ ਸਾਹਿਬ, ਖਹਿਰਾ ਸਾਹਿਬ ਤੇ ਹੋਰ ਲੀਡਰਸ ਨੂੰ ਆਪ ਦਿਖਾਉਂਦੀ ਹੈ। ਠੀਕ ਹੈ, ਸਾਡੀ ਪਾਰਟੀ ਦੇ ਵਿੱਚ ਲੋਕਤੰਤਰ ਹੈ, ਡਿਫਰੈਂਸ ਇਨ ਓਪੀਨੀਅਨ ਸਾਡੇ ਲੀਡਰਸ ਰੱਖ ਵੀ ਸਕਦੇ ਆ ਤੇ ਬੋਲ ਵੀ ਸਕਦੇ ਆ। ਜਿਵੇਂ ਇਹਨਾਂ ਦੇ ਨਿੱਜਰ ਸਾਹਿਬ ਨੇ ਬਿਆਨ ਦਿੱਤਾ ਸੀਗਾ ਹਮਦਰਦ ਸਾਹਿਬ ਦੇ ਫੇਵਰ ਦੇ ਵਿੱਚ ਤੇ ਬਾਹਰ ਨਾਲ ਦੀ ਨਾਲ ਮੰਤਰੀ ਪਦ ਚੋਂ ਬਾਹਰ ਹੋ ਗਏ, ਉਹ ਸਾਡੀ ਰਵਾਇਤ ਨਾ ਸਾਡਾ ਕਲਚਰ ਹੈ ਕਾਂਗਰਸ ਪਾਰਟੀ।
ਦੂਜੀ ਗੱਲ ਗੌਰਵ ਜੀ ਇਹ ਹੈ, ਕੱਲ ਇਤਿਹਾਸਿਕ ਦਿਨ ਸੀਗਾ। ਸਾਰੇ ਮੀਡੀਆ ਇੰਸਟੀਟਿਊਸ਼ਨਸ ਇੰਨੇ ਸਾਰੇ, ਇੰਨੀ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ 'ਚ ਵਿਚਾਰਕ ਮਤਭੇਦ ਵੀ ਸੀ, ਡਿਫਰੈਂਸ ਇਨ ਓਪੀਨੀਅਨ ਵੀ ਸੀ, ਲੜਾਈ ਵੀ ਸੀ, ਉਹ ਸਾਰਾ ਕੁਝ ਛੱਡ ਕੇ ਇੱਕ ਪਲੇਟਫਾਰਮ ਤੇ ਆ ਕੇ ਇਕੱਠੇ ਹੋਏ, ਇੱਕ ਬੁਲੰਦ ਆਵਾਜ਼ ਦੇ ਵਿੱਚ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ। ਇਹ ਤੋਂ ਵੱਡਾ ਸਬੂਤ ਗੌਰਵ ਜੀ ਆਮ ਆਦਮੀ ਪਾਰਟੀ ਦੀ ਆਰਮ ਟਵਿਸਟਿੰਗ ਦਾ, ਬਾਂਹ ਘਮਾਉਣ ਦਾ ਮੀਡੀਆ ਦੀ, ਉਹਨਾਂ ਨੂੰ ਦਬਾਉਣ ਦਾ, ਸਪਰੈਸ ਕਰਨ ਦਾ ਨਹੀਂ ਹੋ ਸਕਦਾ ਕਿ ਇੰਨੀ ਪੁਰਾਣੀ ਲੜਾਈਆਂ ਵਾਲੀਆਂ, ਵਿਚਾਰਕ ਮਤਭੇਦ ਵਾਲੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਗਏ। ਇਹਨਾਂ ਨੇ ਕਰਤੀਆਂ, ਪੂਰੇ ਪੰਜਾਬ ਨੂੰ ਕਰਤਾ ਆਪਦੇ ਖਿਲਾਫ। ਇਸ ਇਸ਼ੂ ਤੁਸੀਂ ਸਮਰਥਨ ਵਾਲੇ ਮੁੱਦੇ ਉੱਤੇ ਕਹਿ ਰਹੇ ਹੋ ਖੜਿਆਲ ਸਾਹਿਬ, ਮੈਂ ਵਿਚਾਲੇ ਇਸ ਕਰਕੇ ਰੋਕ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਸਮਰਥਨ ਜਾਂ ਆਰਡੀਨੈਂਸ ਵਾਲਾ ਮੁੱਦਾ ਲੋਕਤੰਤਰ ਦਾ ਮੁੱਦਾ ਹੈ, ਕਿ ਜਦੋਂ ਤੁਸੀਂ ਜੱਫੀ ਵਾਲੀ ਗੱਲ ਕਰ ਰਹੇ ਹੋ ਬਿਲਕੁਲ ਡਿਫਰੈਂਟ ਹੈ। तो आम आदमी पार्टी की सरकार विड्रॉ करे अज बयान जो कहते सी बीजेपी ने बीबीसी ते आईटी सर्वे को करवाता जी, बीजेपी ने एनडीटीवी वाला इशू को करता जी, आईटी को भेजती जी, दैनिक भास्कर ते को भेजती जी, ऑल्ट न्यूज ते को भेजती जी। उदों दा कहंदे सी बीजेपी लोकतंत्र खत्म कर रही है, इन्हां खिलाफ बोलो, इन्हां खिलाफ खड़े हो, इकट्ठे हो। हुण दिल्ली ऑर्डीनेंस ते इकट्ठे हो, कांग्रेस ते इल्जाम लाउण तो बाद, जीरो टॉलरेंस और करप्शन कहण तो बाद कांग्रेस पार्टी तो समर्थन मांगदे, क्योंकि इन्हां नूं पता है इन्हां कोले एक एमपी है। मतलब तुहाडा बयान क्लियर है कि समर्थन वाली गल भुल जाण। नहीं, गल इस तरह है गौरव जी, समर्थन देना हुंदा ते अपना आम आदमी पार्टी दी सरकार पहला तो यह स्पष्ट करे कि जे वो दिल्ली ऑर्डीनेंस दा इशू है तां थोड़ा मीडिया नूं दबाउणा इशू नहीं है, तुसीं मीडिया दी आवाज दबा रहे हो। मैं गौरव जी इत्थे नाम दसदा है, लिविंग इंडिया ते बुलारा नहीं भेजदे, पीटीसी ते बुलारा नहीं भेजदे, ग्लोबल पंजाब ते बुलारा नहीं भेजदे, होर बहुत सारे नाम गिना सकदा है। क्यों नहीं भेजते? क्योंकि टॉपिक इन्हां दे फेवर दा नहीं जी हुंदा। जे इन्हां दे फेवर दा होऊगा तां बुलारा आऊगा, नहीं तां नहीं आऊगा। ते दूजे चैनल्स ते भी जे टॉपिक ना आम आदमी पार्टी नूं ठीक लगे तो नहीं बुलारा आउंदा। सरकार दा इन्हां दी रिस्पॉन्सिबिलिटी है, ड्यूटी है सवालां दे जवाब देण। ठीक है, हुण आपां 1 सेकंड गौरव जी 10 सेकंड जी, जदों ऑपोजिशन सीगे उदों नहीं कदे इन्हां ने ऐ कीता, हमेशा बुलारा आउंदा सीगा, सवालां दे जवाब मंगदे भी सीगे। ते हुण देण तो भजदी है। प्रॉब्लम ये है, हमदर्द साहब दा बयान ये है, जदों दी इन्हां दी सरकार बनी, आम ट्विस्ट कर रहे है ਸਾਡੇ ਪੇਪਰ ਨੂੰ ਤੇ ਇਨਡਾਇਰੈਕਟ ਵੇਜ਼ ਨਾਲ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਗੌਰਵ ਜੀ ਮੈਨੂੰ ਠੀਕ ਹੈ, ਚਲੋ ਆਪਾਂ ਜਵਾਬ ਲਵਾਂਗੇ ਨਾ ਸਰ, ਬੜਾ ਜ਼ਰੂਰੀ ਪੁਆਇੰਟ ਹੈ। 20 ਸੈਕਿੰਡ, ਅੱਧੇ ਮਿੰਟ ਤੋਂ ਜ਼ਿਆਦਾ ਨਹੀਂ ਲਵਾਂਗਾ। ਤੇ ਤੁਸੀਂ ਇਹ ਦੇਖੋ 1000 ਜਰਨਲਿਸਟ ਤੋਂ ਜ਼ਿਆਦਾ ਜੇ ਮੈਮੋਰੈਂਡਮ ਦੇ ਰਹੇ, ਗੌਰਵ ਜੀ ਤੁਸੀਂ ਵੀ ਜਰਨਲਿਸਟ ਹੋ, ਤੇ ਆਪਾਂ ਜਿਵੇਂ ਬੀਜੇਪੀ ਦੇ ਜਿਹੜੇ ਲੀਡਰਸ ਹੈ ਉਹਨਾਂ ਦੀ ਸਪੈਸ਼ਲੀ ਲੇਡੀ ਫੀਮੇਲ ਲੀਡਰਸ ਹੈ, ਉਹ ਆਪਾਂ ਕਹਿੰਦੇ ਨਾ ਵੀ ਲੇਡੀ ਰੈਸਲਰਸ ਲਈ ਬੋਲੋ, ਤੁਸੀਂ ਜਰਨਲਿਸਟ ਹੋ ਗੌਰਵ ਜੀ, ਤੁਹਾਨੂੰ ਵੀ ਇਹ ਦੇਖਣਾ ਚਾਹੀਦਾ ਹੈ ਤੇ ਤੁਹਾਨੂੰ ਐਕਨੋਲੇਜ ਕਰਨਾ ਚਾਹੀਦਾ ਹੈ ਕਿ ਜਿਹੜੇ 1000 ਜਰਨਲਿਸਟ ਤੋਂ ਜ਼ਿਆਦਾ ਮੈਮੋਰੈਂਡਮ ਗਵਰਨਰ ਸਾਹਿਬ ਨੂੰ ਜੇ ਦੇਣਾ ਪੈ ਰਿਹਾ ਹੈ ਤਾਂ ਮਜਬੂਰੀ 'ਚ ਦੇਣਾ ਪੈ ਰਿਹਾ, ਤੇ ਸਾਰੇ ਹਜੇ ਅੱਗੇ ਨਹੀਂ ਆ ਰਹੇ ਗੌਰਵ ਜੀ। ਹਜੇ ਵੀ ਕਿਸੇ ਨੂੰ ਡਰ ਹੈ ਇਹਨਾਂ ਦੀ ਸਰਕਾਰ ਦਾ। ਮੈਂ ਤਾਂ ਕਹੂੰਗਾ ਵੀ ਕੱਲ ਪੂਰਾ ਪੰਜਾਬ ਦੇ ਰਿਪਰੈਜ਼ੈਂਟੇਟਿਵ, ਗੌਰਵ ਜੀ ਉਹ ਐਮਐਲਏ ਪਾਰਟੀਆਂ ਕੀ ਹੈ? ਉਹ ਰਿਪਰੈਜ਼ੈਂਟੇਟਿਵ ਹੈ, ਨੁਮਾਇੰਦੇ ਹੈ, ਲੋਕਾਂ ਦੇ ਮਾਊਥਪੀਸ ਹੈ। ਸਾਰੇ ਕਿਉਂ ਇਕੱਠੇ ਹੋਏ? ਕਿਉਂਕਿ ਤੁਸੀਂ ਡੰਡਾ ਤੰਤਰ ਤੇ ਭੈ ਤੰਤਰ ਬਣਾ ਰਹੇ ਹੋ ਸਾਡੇ ਲੋਕਤੰਤਰ ਨੂੰ। ਮੇਰਾ ਇੱਕ ਸਵਾਲ ਇਹਨਾਂ ਨੂੰ ਬਸ ਇੰਨਾ ਕਹਿ ਕਿ ਤੁਸੀਂ ਕਹਿੰਦੇ ਹੋ ਡਰ ਲੱਗਦਾ ਆਪ ਤੋਂ, ਜਿਹਦਾ ਇੱਕ ਐਮਪੀ ਹੋਵੇ ਟੈਂਪਰੇਰੀ ਬੇਸਿਸ ਤੇ 10 ਮਹੀਨਿਆਂ ਲਈ ਲੋਕ ਸਭਾ ਦੇ ਵਿੱਚ, ਜਿਹੜੀ ਹਿਮਾਚਲ 'ਚ 0 ਸੀਟਾਂ ਹਾਸਲ ਜੀ ਨੇ ਕੀਤੀਆਂ ਹੋਣ, 224 ਕਰਨਾਟਕਾ 'ਚ ਹਾਰੀਆਂ ਹੋਣ, ਉੱਥੇ ਵੀ 0 ਆਇਆ ਹੋਵੇ, ਸ਼ਿਮਲਾ ਕਾਰਪੋਰੇਸ਼ਨ 0 ਆਇਆ ਹੋਵੇ, ਆਪਦਾ ਗੜ ਹਾਰ ਗਈ ਹੋਵੇ ਸੰਗਰੂਰ, ਉਦੋਂ ਕਾਹਦਾ ਡਰ ਗੌਰਵ ਜੀ? ਤੇ ਮੈਂ ਤਾਂ ਇੱਕੋ ਗੱਲ ਕਹੂੰਗਾ ਆਮ ਆਦਮੀ ਪਾਰਟੀ ਨੂੰ, ਤੁਹਾਡੇ ਮੇਰੇ ਚਲੋ ਜਵਾਬ ਲੈ ਲਈ ਖੜਿਆਲ ਸਾਹਿਬ, ਬਹੁਤ ਲੰਬਾ ਹੋ ਗਿਆ, ਬਹੁਤ ਸਾਰੇ ਪੁਆਇੰਟਸ ਆ ਗਏ, ਸਾਨੂੰ ਕੋਈ ਡਰ ਨਹੀਂ ਹੈ। ਸੋ ਬਸ ਇੰਨੀ ਗੱਲ ਹੈ ਕਿ ਜੇ ਤੁਸੀਂ ਕਹਿੰਦੇ ਹੋ ਵੀ ਇਹ ਕਾਜ਼ नहीं हैगा ਤਾਂ ਦਿੱਲੀ ਆਰਡੀਨੈਂਸ ਕਿਵੇਂ ਕਾਜ਼ ਬਣ ਗਿਆ? ਠੀਕ ਹੈ, ਚਲੋ ਆਪਾਂ ਜਵਾਬ ਲੈਣੇ ਆ ਸਰ। ਕੀਤਾ ਸੀਗਾ ਵੀ ਮੀਡੀਆ ਨੂੰ ਦਬਾ ਰਹੇ, ਉਹ ਵੀ ਵਾਪਸ ਲੈ ਜੀ। ਗੜੇਵਾਲ ਸਾਹਿਬ ਵੇਟ ਕਰਿਓ, ਪਹਿਲਾਂ ਮੈਂ ਜੋਸ਼ੀ ਸਾਹਿਬ ਦਾ ਰੁਖ ਕਰਦਾ ਹਾਂ। ਜੋਸ਼ੀ ਜੀ ਦੇਖੋ, ਇੱਕ ਦੇਸ਼ ਦੇ ਵਿੱਚ ਇਸ ਸਮੇਂ ਫਰੰਟ ਬਣਦਾ ਨਜ਼ਰ ਆਉਂਦਾ ਹੈ, ਜਿਸ ਦੀ ਤੁਸੀਂ ਸੂਤਰਧਾਰ ਕਹਿ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਬਣ ਰਹੇ ਨੇ ਜਾਂ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਇਨਫੈਕਟ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਰਾਜ ਸਭਾ ਦੇ ਵਿੱਚ ਇਹ ਆਰਡੀਨੈਂਸ ਵਾਲਾ ਬਿੱਲ ਪਾਸ ਨਹੀਂ ਹੁੰਦਾ ਤਾਂ ਇੱਕ ਸੈਮੀਫਾਈਨਲ ਦੇ ਤੌਰ ਦੇ ਉੱਤੇ ਹੋਏਗਾ। ਪੰਜਾਬ ਦੇ ਵਿੱਚ ਸੇਮ ਸਥਿਤੀ ਨਜ਼ਰ ਆਉਂਦੀ ਹੈ ਕਿ ਇੱਥੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਸ ਦੇ ਖਿਲਾਫ ਮੋਰਚਾ ਲਗਾਇਆ ਜਾ ਰਿਹਾ ਹੈ। ਬੀਜੇਪੀ ਇਸ ਨੂੰ ਡਿਫਰੈਂਟ ਕਿਵੇਂ ਦੇਖਦੀ ਹੈ? ਔਰ ਜੱਫੀ ਵਾਲੀ ਗੱਲ ਤਾਂ ਤੁਸੀਂ ਕਲੀਅਰ ਕਰਤੀ ਕਿ ਪੰਜਾਬੀਆਂ ਇੱਥੇ ਸ਼ਿਸ਼ਟਾਚਾਰ ਹੁੰਦਾ। ਦੇਖੋ, ਰਹੀ ਗੱਲ ਦੇਸ਼ ਦੀ, ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਉਹਦੇ ਵਿੱਚ ਮੈਨੂੰ ਕਿ ਸ਼ੇਰ ਬੜਾ ਵਧੀਆ ਯਾਦ ਹੈ ਕਿ ਮਿਲਕਰ ਬੈਠ ਕੇ ਮਜਲਿਸ ਮੇਂ ਜੁਗਨੂ ਸਾਰੇ, ਮਿਲਕਰ बैठ गए मजलिस में जुगनू सारे और ऐलान हुआ सूरज को बदला जाएगा। ਤੁਹਾਡਾ ਹੱਕ ਆ, ਸਾਡੇ ਖਿਲਾਫ ਹੋਵੋ ਖੜੇ, ਸਗੋਂ ਚੰਗੀ ਗੱਲ ਆ। ਮਤਲਬ ਇੱਕ ਪਾਰਟੀ ਨੂੰ ਹਰਾਉਣ ਵਾਸਤੇ ਸਾਰੀਆਂ ਪਾਰਟੀਆਂ ਇੱਕ ਸਾਈਡ ਤੇ ਹੋ ਗਈਆਂ, ਬਹੁਤ ਵਧੀਆ ਗੱਲ ਆ। ਇਹ ਗ੍ਰੇਟਨੈਸ ਆ ਸਾਡੇ ਲੋਕਤੰਤਰ ਦੀ ਕਿ ਅਸੀਂ ਉਸ ਚੀਜ਼ ਨੂੰ ਐਕਸੈਪਟ ਕਰਦੇ ਪਏ ਹਾਂ। ਇਹਨਾਂ ਦਾ ਰਾਈਟ ਆ, ਇਹਨਾਂ ਦਾ ਹੱਕ ਆ।
ਬਾਕੀ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਕਿ ਜੱਫੀ ਜੁੱਫੀ ਵਾਲੀ ਗੱਲ, ਦੇਖੋ ਇੱਕ ਸ਼ਾਇਰ ਨੇ, ਸੰਜੀਵ ਨੰਦ ਬਹੁਤ ਅੱਛਾ ਸ਼ਾਇਰ ਆ, ਉਹਨੇ ਪੰਜਾਬੀ 'ਚ ਇੱਕ ਲਿਖਿਆ ਕਿ ਮਸਲਾ ਕੋਈ ਵੱਡਾ ਮਸਲਾ ਨਹੀਂ ਜੇ ਮੁਨਸਫ ਕੋਈ ਇਨਸਾਫ ਕਰੇ, ਕੋਈ ਇੱਕ ਦੂਜੇ ਦੀ ਭੁੱਲ ਜਾਵੇ, ਕੋਈ ਇੱਕ ਦੂਜੇ ਨੂੰ ਮਾਫ ਕਰੇ। ਇਹ ਤੇ ਇੱਕ ਸ਼ਿਸ਼ਟਾਚਾਰ ਆ ਸਾਡੇ ਪੰਜਾਬੀ ਹੋਣ ਦਾ। ਪੰਜਾਬ ਨੇ ਜੋ ਤਰਾਸਦੀਆਂ ਹੰਡਾਈਆਂ, ਚਾਹੇ ਅੱਤਵਾਦ ਵੀ ਹੰਡਾਇਆ, ਉਹ ਅੱਤਵਾਦ ਹਿੰਦੂ ਸਿੱਖਾਂ ਦਾ ਨਹੀਂ ਸੀ ਹੈਗਾ, ਅੱਤਵਾਦ ਸੀ। ਠੀਕ ਹੈ, ਉਸ ਟਾਈਮ ਵੀ ਇੱਕ ਦੂਜੇ ਵਾਸਤੇ ਸਾਰਿਆਂ ਨੇ ਕੀਤੀਆਂ। ਅੱਜ ਜੇ ਇੱਕ ਇਸ ਪਲੇਟਫਾਰਮ ਤੇ, ਜਿਸ ਪਲੇਟਫਾਰਮ ਦੇ ਉੱਤੇ ਆਨਰੇਬਲ ਬਲਜਿੰਦਰ ਸਿੰਘ ਹਮਦਰਦ, ਅਸੀਂ ਉਹਨਾਂ ਨੂੰ ਹਮਦਰਦ ਭਾਜੀ ਕਹਿੰਦੇ ਆ, ਹਿੰਦੁਸਤਾਨ ਨਹੀਂ ਪੂਰੀ ਦੁਨੀਆ ਦਾ ਕੋਈ ਐਸਾ ਪੱਤਰਕਾਰ ਨਹੀਂ ਜਿਹੜਾ ਹਮਦਰਦ ਸਾਹਿਬ ਨੂੰ ਹਮਦਰਦ ਸਾਹਿਬ ਕਹਿੰਦਾ ਹੋਵੇ, ਉਹਨਾਂ ਨੂੰ ਭਾਜੀ ਕਹਿੰਦੇ ਨੇ ਸਾਰੇ। ਉਹਨਾਂ ਨੇ ਜਦੋਂ ਇੱਕ ਪਲੇਟਫਾਰਮ ਤੇ ਸਾਰੇ ਬੁਲਾਏ, ਬੀਜੇਪੀ ਨੇ ਵੀ ਸਮਰਥਨ ਕੀਤਾ ਉਸ ਗੱਲ ਦਾ, ਅਸੀਂ ਭੱਜੇ ਨਹੀਂ ਇਸ ਗੱਲ ਤੋਂ। ਔਰ ਜੇ ਉੱਥੇ ਇੱਕ ਮੰਚ ਤੇ ਆ ਕੇ ਗਿਲੇ ਸ਼ਿਕਵੇ, ਦੇਖੋ ਰਾਜਨੀਤਿਕ ਮੁੱਦਿਆਂ ਦੀ ਲੜਾਈ ਹੋਰ ਆ, ਔਰ ਇੱਕ ਸੰਸਕ੍ਰਿਤਿਕ ਲੜਾਈ, ਇੱਕ ਸੱਭਿਆਚਾਰਕ ਲੜਾਈ, ਔਰ ਉਸ ਦੇ ਨਾਲ ਇੱਕ ਸੱਭਿਆਚਾਰਕ ਸਾਂਝ, ਲੜਾਈ ਤੋਂ ਸਾਂਝ ਵੱਲ ਦਾ ਸਫ਼ਰ, ਉਹ ਉਸ ਸਟੇਜ ਦੇ ਉੱਤੇ ਇੱਕ ਸ਼ਿਸ਼ਟਾਚਾਰ ਦਿਖਾਇਆ ਕਿ ਹਾਂ ਜੋਸ਼ੀ ਜੋ ਤੁਸੀਂ ਸ਼ੇਰ ਬੋਲਿਆ ਸੀਗਾ ਕਿ ਸਾਰੇ ਜੁਗਨੂ ਇਕੱਠੇ ਹੋ ਕੇ ਸੂਰਜ ਨੂੰ, ਲੱਗ ਰਿਹਾ ਆਮ ਆਦਮੀ ਪਾਰਟੀ ਕਹੇਗੀ ਪੰਜਾਬ 'ਚ ਸਾਨੂੰ ਉਹੀ ਲੱਗ ਰਿਹਾ। ਨਹੀਂ, ਪਤਾ ਕੀ ਆ, ਇੱਥੇ ਇੱਕ ਗਲਤੀ ਹੋ ਗਈ ਪੰਜਾਬੀਆਂ ਕੋ ਬਹੁਤ ਵੱਡੀ, ਜਦੋਂ ਬਿਲਕੁਲ ਝੂਠ ਐਵੇਂ ਪਲੰਦਾ ਬੰਦੀਏ ਤੇ ਲੋਕਾਂ ਨੂੰ ਇਹਨਾਂ ਕਹਿੰਦੇ ਆਮ ਆਦਮੀ ਪਾਰਟੀ ਨੇ ਆਮ ਕਲੀਨਿਕ ਬਣਾਈ। ਉਹ ਆਮ ਕਲੀਨਿਕ ਵਾਸਤੇ ਨਹੀਂ ਸੀ ਇਹਨਾਂ ਨੂੰ ਵੋਟ ਮਿਲੀ, ਉਹ ਮਿਲੀ ਸੀ ਕਿ ਆਮ ਕਲੀਨਿਕ ਵਿੱਚ ਪੈਰਾਸੀਟਾਮੋਲ ਨਾ ਮਿਲੇ, ਉਹਦੇ ਵਿੱਚ ਸਾਡੀਆਂ ਅੱਖਾਂ ਦੇ ਆਪਰੇਸ਼ਨ ਹੋਣ, ਜਿਹੜੇ 60 ਹਜ਼ਾਰ ਦਾ ਸਟੰਟ ਪੈਂਦਾ, ਸਾਡੇ ਹਾਰਟ ਦੇ ਜਿਹੜੇ ਪੈਂਦੇ ਨੇ ਸਟੰਟ, ਜਾਂ ਸਾਡੀਆਂ ਅੱਖਾਂ ਦੇ ਵਿੱਚ ਪੈਂਦੇ ਨੇ ਲੈਂਸ, ਉਹਨਾਂ ਦਾ ਫ੍ਰੀ ਇਲਾਜ ਹੋਵੇ। ਔਰ MRI ਜਿਹੜੇ ਇਹਨਾਂ ਦੇ ਹੈਗੇ ਨੇ, ਜਿਹੜੇ ਹੁੰਦੇ ਨੇ ਕੀ ਉਹਨੂੰ ਕਹਿੰਦੇ ਨੇ, ਐਕਸਰੇ, ਉਹਨਾਂ ਦਾ ਫ੍ਰੀ ਇਲਾਜ ਹੋਵੇ, ਜਿਹੜਾ ਕਿ ਹਜ਼ਾਰਾਂ ਰੁਪਏ ਲੋਕ ਖਰਚਦੇ ਨੇ। ਇਹ ਸਿੱਖਿਆ ਦੀ ਗੱਲ ਕਰਦੇ ਪਏ ਨੇ, ਅਜੇ ਤੇ ਪੰਜਾਬ ਸਰਕਾਰ ਨੂੰ ਬਣਿਆ 10 ਦਿਨ ਨਹੀਂ ਹੋਏ ਤੇ ਮਗਰ ਬੱਸਾਂ ਦੇ ਬੋਰਡ ਲਾਤੇ। ਇਹ 10 ਦਿਨਾਂ ਦੇ ਵਿੱਚ ਕਿਹੜੀ ਪੰਜਾਬ ਸਰਕਾਰ ਨੇ ਸਮਾਰਟ ਸਕੂਲ ਤਿਆਰ ਕਰਤੇ ਸੀਗੇ। ਸੋ ਗੱਲਾਂ ਇਹ ਹੈਗੀਆਂ ਨੇ ਕਿ ਲੋਕਾਂ ਨੇ ਵੋਟਾਂ ਪਾਈਆਂ। ਲੋਕ ਦੇਖੋ, ਤੁਸੀਂ ਇੱਕ ਵਾਰੀ ਇੱਕ ਬੰਦੇ ਨੂੰ ਦੇਖੋ, ਕੋਈ ਮੌਕਾ ਤਾਂ ਹੁੰਦਾ ਹੀ ਹੈ ਨਾ, ਜਿਹੜਾ ਤੁਸੀਂ ਸਟੇਜ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹੋ, ਕਾਂਗਰਸ ਵੀ ਔਰ ਅਕਾਲੀ ਦਲ ਵੀ, ਇਹ ਤਾਂ ਫਿਰ ਐਵੇਂ ਮੌਕੇ ਹੁੰਦੇ ਨੇ ਕਿ ਕਦੇ ਗੱਲ ਮੌਕੇ ਨਹੀਂ, ਕਿਸੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੋਵੇ, ਉੱਥੇ ਸਾਰੇ ਸ਼ਕਤੀ ਪ੍ਰਦਰਸ਼ਨ ਕਰਦੇ ਨੇ ਦੇਸ਼ ਦੇ ਵਿੱਚ। ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ ਹੈ। ਉਹ ਲਮਹਿਆਂ ਦੀ ਖਤਾ ਹੋ ਗਈ ਆ, ਅੱਜ ਸਜ਼ਾਵਾਂ ਪੈਂਦੀਆਂ। ਪੰਜਾਬ ਪੁਲਿਸ ਕੀ ਕਰ ਰਹੀ ਹੈ ਪੰਜਾਬ ਦੇ ਵਿੱਚ? ਠੀਕ ਹੈ, ਚਲੋ ਇੱਕ ਮਿੰਟ ਗੱਲ ਕਰ ਲਾਂ ਤਾਂ ਫਿਰ ਉਸ ਤੋਂ ਬਾਅਦ ਭਾਵੇਂ ਨਾ ਮੌਕਾ ਦਿਓ। ਅੱਜ ਪੰਜਾਬ ਪੁਲਿਸ ਕੀ ਕਰ ਰਹੀ ਹੈ? ਇਹ ਧਰਮੋ ਇਮਾਨ ਦੇ ਨਾਲ ਮੈਂ ਕਹਿਣਾ ਪਿਆ ਵਾਂ ਇਸ ਮੰਚ ਤੇ, ਮੈਂ ਕਹਿਣਾ ਇਲੈਕਸ਼ਨ ਲੜਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ MLAs ਦੀ ਜੋ ਲਾਈਫ ਸਟਾਈਲ ਸੀ, ਜੋ ਲੀੜਾ ਲੱਤਾ ਸੀ, ਜਿੱਦਾਂ ਦੀਆਂ ਗੱਡੀਆਂ ਸੀ, ਜਿੱਦਾਂ ਦੇ ਸਕੂਟਰ ਮੋਟਰਸਾਈਕਲ ਸੀਗੇ, ਅੱਜ ਉਹਨਾਂ ਉਦੋਂ ਕੀ ਸੀਗੇ ਤੇ ਅੱਜ ਇਲੈਕਸ਼ਨ ਲੜਨ ਤੋਂ ਬਾਅਦ ਅੱਜ ਉਹਨਾਂ ਦੇ ਲਾਈਫ ਸਟਾਈਲ ਕੀ ਨੇ। ਅੱਜ ਉਹਨਾਂ ਦੇ ਉੱਤੇ 20 ਵਿਜੀਲੈਂਸ ਇਨਕੁਆਇਰੀਆਂ ਪਾਈਆਂ ਜਾਵੇ। ਔਰ ਮੈਂ ਮੰਗ ਕਰਦਾ ਸਰਕਾਰ ਤੋਂ, ਜੇ ਤੁਹਾਡੇ ਕੋਲ ਨਹੀਂ ਵਿਜੀਲੈਂਸ ਇਨਕੁਆਇਰੀ ਪੈਂਦੀ, ਸਤਿਕਾਰਯੋਗ ਭਗਵੰਤ ਸਿੰਘ ਮਾਨ ਹੋਣਾ ਤੋਂ, ਤੇ ਸੈਂਟਰ ਤੋਂ ਮਦਦ ਲੈ ਲੈਣ ਤੇ ਦੇਖਣ ਉਹਨਾਂ ਦੇ ਲਾਈਫ ਸਟਾਈਲ ਕੀ ਨੇ। ਅੱਜ ਇੱਕ ਬੰਦਾ ਪੰਜਾਬ ਦਾ ਗੱਲਾਂ ਕਰਦਾ ਪਿਆ, ਜਿੱਤਣ ਤੋਂ ਪਹਿਲਾਂ ਕੀ ਹੁੰਦੇ ਸੀਗੇ ਕਿ ਅੱਜ ਕੀ ਹੋ ਰਹੇ ਨੇ। ਜਵਾਬ ਲਾਉਣਾ ਸਰ, ਇੱਕ ਮਿੰਟ, ਕਿਹੜੀਆਂ ਅਸੀਂ ਤਨਖਾਹਾਂ ਆ ਗਈਆਂ ਨੇ? ਇੱਕ ਬੰਦੇ ਦੀ ਤਨਖਾਹ, ਇੱਕ ਮਾਸਟਰ ਦੀ, ਪ੍ਰੋਫੈਸਰ ਦੀ ਤਨਖਾਹ, ਇੱਕ MLA ਜਿੰਨੀ ਉਸ ਤੋਂ ਵੱਧ ਹੋਏਗੀ ਉਹਨਾਂ ਦੀ, ਉਹਨਾਂ ਕੋਲ ਨਹੀਂ ਫੋਰਚੂਨਰਾਂ ਗੱਡੀਆਂ ਲਈਆਂ ਗਈਆਂ, ਉਹਨਾਂ ਕੋਲ ਨਹੀਂ ਆਡੀਆਂ ਲਈਆਂ ਗਈਆਂ, ਉਹਨਾਂ ਦੇ ਲਾਈਫ ਸਟਾਈਲ ਹੀ ਚੇਂਜ ਹੋਏ। ਉਹ ਕਿਹੜੀ ਤੁਹਾਨੂੰ ਤਨਖਾਹ ਮਿਲਣ ਦੀ ਹੈ ਪੰਜਾਬ ਸਰਕਾਰ ਤੋਂ, ਜਿਹੜੇ ਐਡੇ ਵੱਡੇ ਤੁਹਾਡੇ ਲਾਈਫ ਸਟਾਈਲ? ਚਲੋ ਜਵਾਬ ਲੈ ਲਓ ਨਾ ਸਰ, ਜਵਾਬ ਲੈ ਲਓ, ਜਵਾਬ ਲੈ ਲਓ। ਇੱਕ ਲਾਈਨ ਬੋਲਣੀ ਹੈ, ਸਿਰਫ ਇੱਕ ਲਾਈਨ। ਆਮ ਆਦਮੀ ਪਾਰਟੀ ਨੇ ਜੋ ਤਰਕ ਦਿੱਤਾ ਵੀ ਜਿਹਦੀ ਵਿਚਾਰਕ ਮਤਭੇਦ ਹੋਵੇ ਉਹ ਇੱਕ ਪਲੇਟਫਾਰਮ ਤੇ ਇਕੱਠੇ ਨਾ ਹੋਣ, ਹੱਥ ਨਾ ਮਿਲਾਉਣ, ਸੱਸੀ ਕਾਲ ਨਾ ਬੁਲਾਉਣ, ਇਹ ਤਰਕ ਹੈ ਇਹਨਾਂ ਦਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਸਾਹਿਬ, ਜ਼ਰਾ ਜ਼ੂਮ ਕਰਕੇ ਦਿਖਾ ਜ਼ਰੂਰ ਦਿਓ, ਕੇਜਰੀਵਾਲ ਸਾਹਿਬ ਮੋਦੀ ਸਾਹਿਬ ਨਾਲ ਹੱਥ ਮਿਲਾ ਰਹੇ ਆ। ਸੋ ਕੀ ਹੁਣ ਆਮ ਆਦਮੀ ਪਾਰਟੀ ਇਹ ਕਹੂਗੀ ਵੀ ਤੁਸੀਂ ਇਲੈਕਸ਼ਨ 2024 ਦਾ ਮੋਦੀ ਸਾਹਿਬ ਨਾਲ ਬੀਜੇਪੀ ਦੇ ਨਾਲ ਮਿਲ ਕੇ ਲੜਨ ਦੀ ਤਿਆਰੀ ਕਰ ਰਹੇ ਹੋ, ਤੁਸੀਂ ਅਲਾਈਅੰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜਵਾਬ ਲਈਏ ਨਾ, ਇਹ ਨਾ ਮਤਲਬ ਆਮ ਆਦਮੀ ਪਾਰਟੀ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜਾ ਤਰਕ ਇਹਨਾਂ ਨੇ ਮਜੀਠੀਆ ਸਾਹਿਬ ਤੇ ਸਿੱਧੂ ਸਾਹਿਬ ਲਈ ਦਿੱਤਾ, ਠੀਕ ਹੈ, ਜਵਾਬ ਲਓ ਸਰ, ਜਵਾਬ ਇੰਪਲੀਮੈਂਟ ਕਰ ਲੈ। ਮੈਂ ਉਹੀ ਕਹਿੰਦਾ, ਬਹੁਤ ਸਾਰੇ ਪੁਆਇੰਟਸ ਹੋ ਗਏ। ਗਰੇਵਾਲ ਸਾਹਿਬ ਜੀ, ਮੈਂ ਇੱਕ ਤਰੀਕੇ ਨਾਲ ਜਵਾਬ ਦਿੰਦਾ। ਦੇਖੋ, ਪਹਿਲੀ ਗੱਲ, ਸਾਡੇ ਕੋਲ ਕੋਈ ਵੀ ਹੈ, ਸਾਡਾ ਸਿੱਧਾ ਜਿਹਾ ਥੰਬ ਰੂਲ ਹੈ ਜੀ, ਜੇ ਕੋਈ ਗਲਤ ਕਰੂਗਾ ਅੰਦਰ ਜਾਊਗਾ, ਭਾਵੇਂ ਮੰਤਰੀ ਹੋਵੇ ਭਾਵੇਂ ਸੰਤਰੀ ਹੋਵੇ। ਹੁਣ ਕਿੰਨੇ ਚਲ ਗਏ ਹੁਣ ਤੱਕ? ਮੈਂ ਜਵਾਬ ਦੇ ਸਕਦਾ, ਮੈਨੂੰ ਪਲੀਜ਼ ਅਨਇੰਟਰਪਟਡ ਗੱਲ ਕਰਨ ਦੋਗੇ? ਜੀ ਪਲੀਜ਼, ਗਰੇਵਾਲ ਸਾਹਿਬ ਕੰਪਲੀਟ ਕਰ ਲਓ। ਹਾਂ, ਮੋਦੀ ਜੀ ਨੇ ਹੱਥ ਮਿਲਾਇਆ, ਬਿਲਕੁਲ ਮਿਲਾਇਆ, ਹੱਥ ਮਿਲਾਉਣ 'ਚ ਕੋਈ ਇਤਰਾਜ਼ ਨਹੀਂ। ਜੱਫੀਆਂ ਪਾਉਣੀਆਂ, ਜਾਦੂ ਕੀ ਜੱਫੀ ਹੈ, ਸਭ ਕੁਝ ਭੁੱਲ ਜਾਂਦਾ। ਚਲੋ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਬਿਲਕੁਲ ਠੀਕ ਹੈ। ਗੱਲ ਇਹ ਹੈ ਕਿ ਕੱਲ ਜੇ ਉਹ ਮੰਚ ਇੱਕ ਪ੍ਰੈਸ ਕਲੱਬ 'ਚ ਹੁੰਦਾ, ਇੱਕ ਨਿਊਟਰਲ ਥਾਂ 'ਚ ਹੁੰਦਾ, ਬਿਹਤਰ ਹੋਣਾ ਸੀਗਾ। ਮੈਂ ਪ੍ਰੈਸ ਦੀ ਆਜ਼ਾਦੀ ਤੇ ਕੋਈ ਟਿੱਪਣੀ ਨਹੀਂ ਕਰੂੰਗਾ। ਜੇ ਇੱਕ ਨਿਊਟਰਲ ਥਾਂ 'ਚ ਹੁੰਦਾ ਐਂਡ ਉੱਥੇ 2 ਇਲੈਕਟਿਡ ਲੋਕ ਸੀ, ਵੜਿੰਗ ਸਾਹਿਬ ਤੇ ਬਾਜਵਾ ਜੀ, ਹੋਰ ਇਲੈਕਟਿਡ ਕੋਈ ਬੰਦਾ ਸੀਗਾ ਨਹੀਂ। ਆਹੀ ਤਾਂ ਪੰਜਾਬ ਦਾ ਸੱਚ ਹੈ।
ਪੰਜਾਬ ਦਾ ਸੱਚ ਇਹ ਹੈ ਕਿ ਜਿਹੜੇ ਇਹ ਬਾਕੀ ਸਾਰੇ ਮਹਾਨੁਭਾਵ ਨੇ ਇਹ ਹੁਣ ਇਲੈਕਟਿਡ ਨਹੀਂ ਰਹੇ, ਇਹ ਇਲੈਕਟਿਡ ਰਹੇ ਤੇ ਤਕਲੀਫ ਇਹ ਹੈ ਕਿ ਸਾਨੂੰ ਤਾਂ ਦੇਖੋ 3 ਮਹੀਨੇ ਬਾਅਦ ਜਿਹੜੀ ਐਂਟੀ ਇਨਕੰਬੈਂਸੀ ਹੁੰਦੀ ਹੈ ਕੋਈ ਗੱਲ ਨਹੀਂ, ਪਰ ਜਿਹੜੀ 1.25 ਸਾਲ ਬਾਅਦ ਐਂਟੀ ਇਨਕੰਬੈਂਸੀ ਹੁੰਦੀ ਹੈ ਤੇ ਇੱਕ ਮਾਰਜਨ ਨਾਲ ਇਲੈਕਸ਼ਨ ਜਿੱਤੀ ਜਾਂਦੀ ਹੈ, ਉਹ ਵੀ ਲੋਕ ਦੇਖਦੇ ਆ ਜੀ, ਸਾਨੂੰ ਤਾਂ ਅਸੀਂ ਥੋੜੀ ਕੁਝ ਕਹਿ ਹੁਣ ਆਊਗਾ, ਹੁਣ ਗੱਲਬਾਤ ਵੀ ਯਾਦ ਆਊਗੀ। ਧਰਮਸ਼ਾਲਾ ਤੱਕ ਕੋਈ ਡਾਇਰੈਕਟ ਫਲਾਈਟ ਹੈ ਨਹੀਂ ਬਾਈ, ਦਿੱਲੀ ਤੋਂ ਜਿੱਥੇ ਜਿੱਥੇ ਫਲਾਈਟਾਂ ਜਾਂਦੀਆਂ ਉੱਥੇ ਫਲਾਈਟ ਤੇ ਹੀ ਲੋਕ ਜਾਂਦੇ ਆ। ਅਸੀਂ ਇੱਕ ਗੱਲ ਕਹਿ ਰਹੇ ਹਾਂ ਸਰ, ਪਲੀਜ਼ ਅਸੀਂ ਇੱਕ ਗੱਲ ਦੱਸ ਦਿੰਦਾ ਜੀ, ਝੂਠ ਬਹੁਤ ਬੋਲਦੇ ਨੇ ਨਾ। ਮੈਂ ਚੰਡੀਗੜ੍ਹੋਂ ਸਿੱਧੀ ਧਰਮਸ਼ਾਲਾ ਫਲਾਈਟ ਜਾਂਦੀ ਹੈ, ਤੁਹਾਨੂੰ ਕਿਹਨੇ ਕਹਤਾ ਨਹੀਂ ਜਾਂਦੀ ਜੀ? ਬੋਲਿਓ ਭਾਈ ਸਾਹਿਬ, ਹਰ ਰੋਜ਼ ਜਾਂਦੀ ਹੈ। ਥੋੜਾ ਕਲੀਅਰ ਸਾਹਿਬ ਮੈਂ ਤੁਹਾਡੇ ਕੋਲ ਹੀ ਆਵਾਂਗਾ, ਵੇਟ ਕਰਿਓ ਥੋੜਾ ਜਿਹਾ। ਦੇ ਦਿਓ ਵੀਰ ਜੀ, ਟਾਈਮ ਟੇਬਲ ਵੀ ਦੇ ਦਿਓ, ਮੈਂ ਗੱਲ ਕਰ ਲਾਂ, ਮੈਂ ਪਲੀਜ਼ ਗੱਲ ਕਰ ਲਾਂ। ਟਾਈਮ ਟੇਬਲ ਵੀ ਦੇ ਦਿਓ, ਕੋਈ ਪ੍ਰੋਬਲਮ ਨਹੀਂ, ਤੁਸੀਂ ਟਾਈਮ ਟੇਬਲ ਦੇ ਦਿਓ, ਤੁਸੀਂ ਸਾਰਾ ਕੁਝ ਦੇ ਦਿਓ। ਮੈਂ ਇੱਕ ਗੱਲ ਕਹਿ ਰਿਹਾ ਕਿ ਅਸੀਂ ਜੋ ਕਰ ਰਹੇ ਹਾਂ ਪੰਜਾਬੀਆਂ ਦੇ ਮੂਹਰੇ ਹੈ। ਪੰਜਾਬ ਦੇ ਵਿੱਚ ਜੋ ਸਿਆਸਤ ਜਿਸ ਮੁਹਾਰ ਤੇ ਆ ਕੇ ਖੜੀ ਆ, ਪੰਜਾਬੀਆਂ ਨੇ ਖੜੀ ਕੀਤੀ, ਅਸੀਂ ਨਹੀਂ ਖੜੀ ਕੀਤੀ। ਅਸੀਂ ਇੱਕ ਗੱਲ ਕਹਿ ਰਹੇ ਹਾਂ ਕਿ ਜੇ ਅੱਜ ਪੰਜਾਬੀ ਅੱਖਾਂ ਮੀਚ ਕੇ ਇਹ ਸੋਚ ਲੈਣ ਕਿ ਕਿਹੜੀ ਪਾਰਟੀ 'ਚ ਇਹਨਾਂ ਚੋਂ ਹੈਗਾ ਤੇ ਉਹ ਇੱਕ ਸਪਸ਼ਟ ਆਨਸਰ ਉਹਨਾਂ ਨੂੰ ਅੱਧੇ ਮਿੰਟ 'ਚ ਵੀ ਆ ਜਾਵੇ ਜਾਂ ਮਿੰਟ 'ਚ ਵੀ ਆ ਜਾਵੇ, ਤਾਂ ਜੋ ਕਹੂੰ ਦਿੱਤਾ ਅੱਜ ਪਤਾ ਹੀ ਨਹੀਂ ਜੀ। ਇੱਕ ਫਲੋਰ ਤੇ ਮੈਂ ਸਭ ਦਾ ਇੱਕ ਛੋਟਾ ਰਿਐਕਸ਼ਨ ਲੈਣਾ ਹੈ। ਮੈਂ ਗਰੇਵਾਲ ਸਾਹਿਬ ਇੱਕ ਛੋਟਾ ਜਿਹਾ ਜਵਾਬ ਦੇ ਦਿਓ, ਉਸ ਤੋਂ ਬਾਅਦ ਮੈਂ ਅੱਗੇ ਵਧਾਂ। ਵਿਰੋਧੀਆਂ ਨੂੰ ਲੱਗ ਰਿਹਾ ਹੈ ਕਿ ਸਮਰਥਨ, ਖਾਸ ਤੌਰ ਤੇ ਕਾਂਗਰਸ ਨੂੰ, ਕਿ ਆਰਡੀਨੈਂਸ ਤੇ ਸਮਰਥਨ ਮੰਗਣਾ ਤੇ ਜੱਫੀ, ਜਾਂ ਕਹੀਏ ਕਿ ਜੱਫੀ ਦਾ ਇੱਕ ਵੱਖਰਾ ਰੂਪ ਹੈ ਉਹ ਸਮਰਥਨ ਮੰਗਣਾ। ਸਰ, ਆਰਡੀਨੈਂਸ ਤੇ ਮਾਨਯੋਗ ਸੁਪਰੀਮ ਕੋਰਟ ਦਾ ਸੰਵਿਧਾਨਕ ਬੈਂਚ ਇੱਕ ਆਰਡਰ ਕਰਦਾ ਹੈ, ਸਾਨੂੰ ਯਕੀਨ ਹੈ ਕਿ ਮਾਨਯੋਗ ਸੁਪਰੀਮ ਕੋਰਟ ਛੁੱਟੀਆਂ ਤੋਂ ਬਾਅਦ ਆ ਕੇ ਫੈਸਲਾ ਲੈ ਲੇਗਾ। ਉਹਦੇ ਆਰਡਰ ਨੂੰ ਸਰਕਮਵੈਂਟ ਕਰਨ ਲਈ ਛੁੱਟੀਆਂ ਹੋਣ ਤੋਂ 1 ਘੰਟਾ ਪਹਿਲਾਂ ਰਾਤ ਨੂੰ 11 ਵਜੇ ਆਰਡੀਨੈਂਸ ਲਈ ਜਾਂਦੀ ਹੈ। ਤੇ ਜੇ ਇਹ ਸਾਰੇ ਕਹਿੰਦੇ ਆ ਕਿ ਅਸੀਂ ਇਹਦਾ ਸਮਰਥਨ ਕਰਦੇ ਹਾਂ ਤਾਂ ਜਮ ਕਰੋ, ਤੁਸੀਂ ਨਾ ਕਰੋ ਆਰਡੀਨੈਂਸ ਸਮਰਥਨ, ਸਾਡਾ ਸੁਪਰੀਮ ਕੋਰਟ ਹੈਗਾ। ਠੀਕ ਹੈ, ਛੋਟਾ ਰਿਐਕਸ਼ਨ ਜੀ ਜੀ ਮੈਂ ਇੱਕ ਰਿਐਕਸ਼ਨ ਲੈ ਪਾਉਂਗਾ ਜੀ। ਇੰਨੀ ਗੱਲ ਹੈ, ਆਰਡੀਨੈਂਸ ਤੇ ਸਮਰਥਨ ਮੰਗਣ ਲਈ ਆ ਸਕਦੇ ਆ, ਲੇਕਿਨ ਕੋਰਟ ਕਿਉਂ ਨਹੀਂ ਜਾ ਸਕਦੇ? ਜੂਨ ਦੇ ਮਹੀਨੇ ਦੇ ਵਿੱਚ ਵੀ ਵੈਕੇਸ਼ਨ ਬੈਂਚ ਸੁਪਰੀਮ ਕੋਰਟ ਦੇ ਵਿੱਚ ਬੈਂਦਾ ਹੈ। ਤੇ ਮੈਂ ਇੱਕ ਹੋਰ ਗੱਲ ਦੱਸਦਾ, ਟ੍ਰਿਪਲ ਤਲਾਕ ਵਾਲੇ ਸਮਰ ਵੈਕੇਸ਼ਨ ਦੇ ਵਿੱਚ ਵੈਕੇਸ਼ਨ ਬੈਂਚ ਨੇ ਡਿਸਾਈਡ ਕੀਤਾ ਸੀਗਾ, NJAC ਦੇ ਵਾਲੇ ਵੈਕੇਸ਼ਨ ਬੈਂਚ ਨੇ ਡਿਸਾਈਡ ਕੀਤਾ ਸੀਗਾ ਸੁਪਰੀਮ ਕੋਰਟ ਦੇ, ਆਨਰੇਬਲ ਸੁਪਰੀਮ ਕੋਰਟ ਦੇ। ਸੋ ਤੁਸੀਂ ਦਰਵਾਜ਼ਾ ਖਟਖਟਾਉਣ ਦੀ ਬਜਾਏ ਪੋਲੀਟੀਕਲ ਪਾਰਟੀਆਂ ਕੋਲੇ ਜਾ ਦਰਵਾਜ਼ਾ ਉਹਨਾਂ ਦਾ ਖਟਖਟਾ ਰਹੇ ਹੋ, ਜੱਫੀਆਂ ਪਾ ਰਹੇ ਹੋ, ਹੱਥ ਮਿਲਾ ਰਹੇ ਹੋ, PC ਕਰ ਰਹੇ ਹੋ। ਇਹ ਤੋਂ ਵੱਡੇ ਦੋਹਰੇ ਮਾਪਦੰਡ ਆਮ ਆਦਮੀ ਪਾਰਟੀ ਦੇ। ਚਲੋ ਆਪਾਂ ਜਵਾਬ ਲਵਾਂਗੇ ਸਰ। ਕਲੀਅਰ ਜੀ ਮੈਂ ਨਾ ਜੀ ਗਰੇਵਾਲ ਸਾਹਿਬ ਕਈ ਵਾਰ ਚਿੱਟਾ ਹੀ ਝੂਠ ਬੋਲ ਜਾਂਦੇ ਆ। ਇਹਨਾਂ ਨੂੰ ਦੱਸੋ ਜੀ, ਸਵੇਰੇ 10 ਵਜੇ ਚੱਲਣੀ ਫਲਾਈਟ ਚੰਡੀਗੜ੍ਹੋਂ ਧਰਮਸ਼ਾਲਾ ਜਾਣੀ ਹੈ ਤੇ ਉਧਰੋਂ ਰਾਤ ਨੂੰ 8:40 ਤੇ ਚੱਲਣੀ, 9:40 ਤੇ ਵਾਪਸ ਆ ਜਾਣੀ ਹੈ। 5000 ਦੀ ਜਾਣ ਦੀ ਟਿਕਟ, 3000 ਦੀ ਆਉਣ ਦੀ ਹੈ। ਮੈਂ ਭੇਜ ਦਊਂਗਾ ਜੀ, ਇਹ 'ਚ ਕੋਈ ਐਡੀ ਖਾਸ ਗੱਲ ਨਹੀਂ, ਪਰ ਆਪਾਂ ਲੋਕਾਂ ਨੂੰ ਝੂਠ ਨਾ ਬੋਲਿਆ ਕਰੀ ਕਿ ਫਲਾਈਟ ਨਹੀਂ ਜਾਂਦੀ ਧਰਮਸ਼ਾਲਾ। ਔਰ ਦੂਸਰੀ ਗੱਲ ਦੇਖੋ, ਮੈਂ ਗਰੇਵਾਲ ਸਾਹਿਬ ਨੂੰ ਬਹੁਤ ਸਪਸ਼ਟ ਤੌਰ ਤੇ ਪੁੱਛਣਾ ਚਾਹੁੰਦਾ ਕਿ ਜਿਹੜੇ ਭਗਵੰਤ ਮਾਨ ਦੀ ਅੱਜ ਗਾਥਾ ਗਾਈ ਜਾ ਰਹੀ ਹੈ, ਇਹ ਕਹਿੰਦੇ ਜੀ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਬੈਠੇ ਸੀ ਉਹ ਇਲੈਕਟਿਡ ਨਹੀਂ ਹੈਗੇ। ਹੁਣ ਭਗਵੰਤ ਮਾਨ ਸਾਹਿਬ ਨੂੰ ਪੁੱਛੋ ਕਿ ਅੱਜ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿੰਨੀਆਂ ਚੋਣਾਂ ਤੇ ਕਿੰਨੀਆਂ ਜ਼ਮਾਨਤਾਂ ਜ਼ਬਤ ਕਰਾ ਕੇ ਉਰੇ ਤੱਕ ਪਹੁੰਚੇ ਨੇ? ਕੀ ਭਗਵੰਤ ਮਾਨ ਨੇ ਆਪਣੀ ਜ਼ਿੰਦਗੀ 'ਚ ਅਕਾਲੀ ਦਲ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਂ ਬਿਕਰਮ ਮਜੀਠੀਆ ਤੋਂ ਕੋਈ ਫੇਵਰ ਨਹੀਂ ਲਿਆ? ਬਿਕਰਮ ਮਜੀਠੀਆ ਸਾਹਿਬ ਨੇ ਉਦੋਂ ਪ੍ਰੈਸ 'ਚ ਜ਼ਿਕਰ ਕੀਤਾ ਸੀ ਵੀ ਜਿੱਦਣ ਡੇਰਾ ਬਸੀ ਟੋਲ ਪਲਾਜ਼ੇ ਤੇ ਫੜਿਆ ਸੀ, ਸਰਦਾਰ ਬਿਕਰਮ ਮਜੀਠੀਆ ਨਹੀਂ ਫੜਾਇਆ ਸੀ, ਉਹ ਇੱਕ ਇੰਸੀਡੈਂਟ ਹੈ, ਛਡਾਇਆ ਸੀ, ਸੌਰੀ, ਉਥੋਂ ਛਡਾਇਆ, ਵਾਪਸ ਆਏ। ਇਹੋ ਜਿਹੇ ਕਿੰਨੇ ਇੰਸੀਡੈਂਟ ਹੋਣਗੇ? ਸੋ ਇਹ ਜਿਹੜੀ ਹੋਮੇ ਦੇ ਵਿੱਚ ਆ ਕੇ ਗੱਲਾਂ ਕਰਨੀਆਂ, ਕੀ ਭਗਵੰਤ ਸਿੰਘ ਮਾਨ 2017 ਦੀ ਇਲੈਕਸ਼ਨ ਉਥੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਨਹੀਂ ਆ ਰਹੇ ਪਾਸੇ ਜਾਣਾ? ਦੇਖੋ ਮੈਂ ਗੌਰਵ ਜੀ ਇੱਕ ਮਿੰਟ, ਬਹੁਤ ਛੋਟਾ ਜਿਹਾ ਰਿਐਕਸ਼ਨ, ਬਹੁਤ ਛੋਟਾ ਜਿਹਾ ਸਵਾਲ। ਦੇਖੋ ਇਹਨਾਂ ਨੂੰ ਬਹੁਤ ਸਮਾਂ ਮਿਲ ਜਾਂਦਾ, ਪਰ ਗੱਲ ਇਹ ਹੈ ਵੀ ਪੰਜਾਬ ਨੂੰ ਝੂਠ ਬਹੁਤ ਬੋਲਦੇ ਨੇ। ਕਦੇ ਕਹਿੰਦੇ ਫਲਾਈਟ ਨਹੀਂ ਜਾਂਦੀ, ਕਦੇ ਕਹਿੰਦੇ ਹੈਲੀਕਾਪਟਰ ਨਹੀਂ ਗਿਆ। ਸੋ ਇਹਨਾਂ ਕੋਲ ਮੇਰਾ ਸਵਾਲ ਇੱਕ ਛੋਟਾ ਜਿਹਾ, ਇਹ ਸਵਾਲ ਪੰਜਾਬੀਆਂ ਦੇ ਮਨਾਂ 'ਚ ਉਤਰ ਚੁੱਕੇ ਨੇ, ਇਹ ਪੰਜਾਬੀਆਂ ਨਾਲ ਧੱਕਾ ਕਰ ਰਹੇ ਨੇ। ਸਵਾਲ ਦਾ ਜਵਾਬ ਦਿਓ, ਜੱਫੀ ਕੀ ਉਸ ਸਟੇਜ ਤੱਕ ਹੀ ਸੀਮਿਤ ਹੈ? ਦੈਟਸ ਇਟ। ਗੌਰਵ ਜੀ, ਪੋਲੀਟੀਕਲ ਲੋਕ ਇਸੇ ਤਰੀਕੇ ਦੀ ਵਿਚਾਰਧਾਰਾ ਦੇ ਹੋਣੇ ਚਾਹੀਦੇ ਨੇ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜੀਵਨ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜੀਵਨ ਸਭ ਤੋਂ ਵੱਡੀ ਐਗਜ਼ਾਮਪਲ ਹੈ। ਇਹ ਕਹਿੰਦੇ ਕੇਜਰੀਵਾਲ 3 ਵਾਰ ਮੁੱਖ ਮੰਤਰੀ ਬਣਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ ਸੀ। ਤੇ ਉਦਣ ਕੀ ਹੋਇਆ ਸੀ? ਜਿੱਦਣ ਛੋਟੇਪੁਰ ਤੇ ਭਗਵੰਤ ਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਧਰਨਾ ਦੇਣ ਗਏ ਸੀ, ਜਿੱਥੇ ਰੈੱਡ ਕਾਰਪੈਟ ਦੇ ਨਾਲ ਸਵਾਗਤ ਸੀ, ਜਿੱਥੇ ਕੋਲਡ ਡਰਿੰਕ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਸਰ, ਬਹੁਤ ਛੋਟਾ ਰਿਐਕਸ਼ਨ ਚਾਹੀਦਾ ਸੀ। ਜੋਸ਼ੀ ਜੀ ਮਿਲੇ ਹੋਏ ਸੀ ਆਪਸ ਚ, ਠੀਕ ਹੈ ਜੋਸ਼ੀ, ਜੋਸ਼ੀ ਫਾਈਨਲ ਕਮੈਂਟ ਤੁਹਾਡਾ। ਵਨ ਲਾਈਨ ਓਨਲੀ ਬਸ ਮੈਂ ਇੰਨਾ ਕਹੂੰਗਾ, ਇਸ਼ੂਜ਼ ਸੀਗੇ, ਇਸ਼ੂਜ਼ ਰਹਿਣਗੇ, ਵਿਚਾਰਕ ਮਤਭੇਦ ਰਹੂਗੀ, ਪੋਲਿਟਿਕਸ। ਲੇਕਿਨ ਗੱਲ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਜੇ ਕਹਿ ਰਹੀ ਹੈ
ਕਿ ਆਮ ਆਦਮੀ ਪਾਰਟੀ ਨੂੰ ਬੜੀ ਪ੍ਰੋਬਲਮ ਹੈ, ਇੱਕ ਸਟੇਜ ਤੇ ਨਹੀਂ ਖੜੇ ਹੋਣਾ ਚਾਹੀਦਾ, ਨਹੀਂ ਹੱਥ ਨਾਲ ਹੱਥ ਮਿਲਾਉਣਾ ਚਾਹੀਦਾ, ਤੇ ਆ ਇੱਥੇ ਕੇਜਰੀਵਾਲ ਸਾਹਿਬ ਦੇਸ਼ ਦੀਆਂ ਆਪੋਜੀਸ਼ਨ 5 ਆਪੋਜੀਸ਼ਨ ਪਾਰਟੀਆਂ ਨਾਲ ਖੜ ਕੇ ਹੱਥ ਉੱਤੇ ਚੱਕ ਕੇ ਖੜੇ ਐ। ਇੱਥੇ ਗਰੇਵਾਲ ਸਾਹਿਬ ਉਹਨਾਂ ਨੂੰ ਕੰਡੈਮ ਕਰਨ, ਇਸ ਮੂਵ ਨੂੰ ਕੰਡੈਮ ਕਰਨ ਤੇ ਕਹਿਣ ਵੀ ਠੀਕ ਹੈ। ਚਲੋ ਆਪਾਂ ਜਵਾਬ ਲੈਣਾ। ਜੋਸ਼ੀ ਜੀ ਬਹੁਤ ਛੋਟਾ ਕਮੈਂਟ ਸਰ, ਮੈਂ 20 ਸੈਕਿੰਡ ਦੇ ਪਾਉਂਗਾ ਪਲੀਜ਼। ਸਵਾਲ ਪੁੱਛੋ। ਮੈਂ ਸਵਾਲ ਤਾਂ ਇਹੀ ਜਾਨਣਾ ਚਾਹੁੰਦਾ ਕਿ ਹੁਣ ਬੀਜੇਪੀ ਇਸ ਜੱਫੀ ਨੂੰ ਕੀ ਪੋਲੀਟੀਕਲ ਤੌਰ ਦੇ ਉੱਤੇ ਦੇਖਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਅਜਿਹਾ ਫਰੰਟ ਜਾਂ ਅਜਿਹਾ ਕੋਈ ਨਜ਼ਰ ਆ ਸਕਦਾ ਹੈ, ਕਿਉਂਕਿ ਬੀਜੇਪੀ ਦੇ ਆਗੂ ਵੀ ਉੱਥੇ ਮੌਜੂਦ ਸੀ। ਬੀਜੇਪੀ ਦੀ ਸੋਚ ਇੰਨੀ ਛੋਟੀ ਨਹੀਂ ਹੈ ਕਿ ਇੱਕ ਸ਼ਿਸ਼ਟਾਚਾਰ ਦੀ ਚੀਜ਼ ਨੂੰ ਰਾਜਨੀਤਿਕ ਮੁੱਦਾ ਬਣਾਇਆ ਜਾਏ। ਬੀਜੇਪੀ ਠੀਕ ਆ, ਅੱਜ ਜੋ ਮਰਜ਼ੀ ਤੁਸੀਂ, ਕਿਉਂਕਿ ਵੱਖ-ਵੱਖ ਪਾਰਟੀਆਂ ਗੱਲਾਂ ਕਰਦੀਆਂ ਨੇ। ਸਨ 1957 ਦੀ ਵੀ ਇੱਕ ਇਲੈਕਸ਼ਨ ਬੜੀ ਸ਼ਾਨਦਾਰ ਹੋਈ ਸੀ ਜਦੋਂ ਅਕਾਲੀ ਦਲ ਨੇ ਤੇ ਕਾਂਗਰਸ ਨੇ ਇਲੈਕਸ਼ਨ ਲੜੀ ਸੀ ਇੱਕ ਹਿਡਨ ਰੂਪ ਦੇ ਵਿੱਚ। ਬੜੀਆਂ ਗੱਲਾਂ ਹੁੰਦੀਆਂ ਨੇ। ਹਾਂ, ਜਦੋਂ ਦੇਸ਼ ਤੇ ਕੁਝ ਗੱਲ ਆਉਂਦੀ ਉਦੋਂ ਰਾਸ਼ਟਰੀਅਤਾ ਪਹਿਲਾਂ ਹੋਣੀ ਚਾਹੀਦੀ ਹੈ, ਪਾਰਟੀਬਾਜ਼ੀ ਬਾਅਦ ਚੋਂ। ਅੱਜ ਮੁੱਦਾ ਹੈਗਾ ਸਾਡੇ ਸੂਬੇ ਦਾ। ਇਸ ਸੂਬੇ ਦੇ ਮੁੱਦੇ ਦੇ ਉੱਤੇ ਇੱਕ ਹਾਂ ਦਾ ਨਾਰਾ ਵੱਜਿਆ ਵਾ ਕਿਹਦੇ ਵੱਲੋਂ? ਜਿਸ ਮਹਿਕਮੇ ਦੇ ਨੁਮਾਇੰਦੇ ਤੁਸੀਂ ਵੀ ਜੇ। ਪਰ ਮੈਨੂੰ ਬੜੀ ਇੱਥੇ ਹੈਰਾਨੀ ਵਾਲੀ ਗੱਲ ਆ ਕਿ ਤੁਹਾਡੇ ਵੱਲੋਂ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੋਣੀ ਚਾਹੀਦੀ, ਕਿਉਂਕਿ ਇੱਕ ਰਾਜਨੀਤਿਕ ਨੇਤਾ ਜਿੰਨਾ ਕੱਦ ਰੱਖਦਾ ਇੱਕ ਪੱਤਰਕਾਰ ਕੌਮ ਕੋਈ ਆਮ ਕੌਮ ਨਹੀਂ ਹੈਗੀ। ਔਰ ਉਹਨਾਂ ਨੇ ਜੇ ਹਾਂ ਦਾ ਨਾਰਾ ਮਾਰਿਆ ਵਾ, ਠੀਕ ਹੈ ਨਾ, ਤੇ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਸਪਸ਼ਟ ਰੂਪ ਦੇ ਵਿੱਚ ਪੱਤਰਕਾਰ ਭਾਈਆਂ ਦੇ ਨਾਲ ਆ। ਪੰਜਾਬ ਸਾਡੇ ਵਾਸਤੇ ਪਹਿਲੋਂ ਆ। ਪੰਜਾਬੀਅਤ ਦੀ ਜਿਹੜੀ ਇੱਕ ਖੂਬਸੂਰਤੀ ਦਿਖਾਈ ਉਸ ਮੰਚ ਤੇ ਜੱਫੀ ਪਾ ਕੇ, ਅਸੀਂ ਉਸ ਜੱਫੀ ਦਾ ਚਲੋ ਆਪਾਂ ਹੁਣ ਇੱਕ ਫਾਈਨਲ ਰਿਐਕਸ਼ਨ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਗਰੇਵਾਲ ਸਾਹਿਬ ਘੁੰਮ ਫਿਰ ਕੇ ਗੱਲ ਇੱਥੇ ਆ ਕੇ ਖੜੀ ਹੈ ਕਿ ਜਿਹੜੀ ਤੁਸੀਂ ਸੈਂਟਰ ਤੇ ਇਲਜ਼ਾਮ ਲਗਾਉਂਦੇ ਨੇ ਧੱਕੇਸ਼ਾਹੀ ਦੇ, ਲੋਕਤੰਤਰ ਨੂੰ ਲੈ ਕੇ, ਦੇਸ਼ ਦੇ ਵਿੱਚ ਜਾਂ ਫਿਰ ਵੰਡੀਆਂ ਨੂੰ ਲੈ ਕੇ, ਉਹ ਸਾਰੇ ਇਲਜ਼ਾਮ ਪੰਜਾਬ 'ਚ ਤੁਹਾਡੇ ਉੱਤੇ। ਗੱਲ ਕਰਨਾ, ਮੈਨੂੰ ਕੋਈ ਡਿਸਟਰਬ ਤਾਂ ਨਹੀਂ ਕਰੂਗਾ। ਹਿਪੋਕ੍ਰੇਸੀ ਮੈਂ ਸਿਰਫ ਦੇ ਪਾਉਂਗਾ, ਸਿਰਫ 20 ਸੈਕਿੰਡਸ, ਇਨਫੈਕਟ ਉਹ ਵੀ ਟਾਈਮ ਕੰਪਲੀਟ ਹੋ ਚੁੱਕਿਆ, ਪਰ ਜ਼ਰੂਰੀ ਹੈ ਤੁਹਾਡਾ ਰਿਐਕਸ਼ਨ। ਜੀ, ਹਿਪੋਕ੍ਰੇਸੀ ਦੀ ਚਰਮ ਸੀਮਾ ਵੀ ਦੇਖ ਲਈ, ਟਾਈਮ ਟੇਬਲ ਵੀ ਸੁਣ ਲਏ, ਪੱਤਰਕਾਰਾਂ ਪ੍ਰਤੀ ਪ੍ਰੇਮ ਵੀ ਸੁਣ ਲਿਆ, ਪਰ ਇੱਕ ਗੱਲ ਇਹ ਨਹੀਂ ਸੁਣੀ ਕਿ ਜਦੋਂ ਤੁਹਾਨੂੰ ਆਪਣੀ ਰਾਜਨੀਤਿਕ ਹੋਂਦ ਖਤਮ ਹੁੰਦੀ ਨਜ਼ਰ ਆ ਰਹੀ ਹੈ, ਉਦੋਂ ਤੁਸੀਂ ਪ੍ਰਾਂਤ ਕੁਛ, ਦੇਸ਼ 'ਚ ਕੁਛ। ਅੱਜ ਜੋ ਅਸੀਂ ਪੰਜਾਬੀਆਂ ਨੂੰ ਕਹਿੰਦੇ ਸੀ, ਸੱਚ ਸਿੱਧ ਹੋ ਗਿਆ ਕਿ ਸਭ ਡਰਾਮਾ ਕਰ ਰਹੇ ਨੇ, ਸਭ ਇੱਕ ਦੂਜੇ ਦਾ ਬੇਵਕੂਫ ਬਣਾ ਰਹੇ। ਪੰਜਾਬੀਆਂ ਨੂੰ ਸਭ ਨਾ ਕੌਣ ਕਿੰਨੇ ਪਾਣੀ 'ਚ ਹੈ ਜੀ, ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ। ਬਾਕੀ ਇਹਨਾਂ ਦੇ ਅਗਲੇ ਸਟੈਪਸ ਨੇ, ਉਹ ਪੰਜਾਬੀਆਂ ਨੂੰ ਸੱਚ ਦੱਸਣਗੇ। ਦੇਖਿਓ, ਅਕਾਲੀ ਭਾਜਪਾ ਵੀ ਇਕੱਠੇ ਹੋਣਗੇ, ਤੁਸੀਂ ਦੇਖੀ ਚੱਲਿਓ। ਕਾਂਗਰਸ ਦੀ ਭਾਜਪਾ 'ਚ ਵੀ ਜਾਊਗੀ। ਇਹ ਪੋਲੀਟੀਕਲ ਕਲਾਸ ਜਿਹਨੂੰ ਡੈਸੀਮੇਟ ਕੀਤਾ ਪੰਜਾਬੀਆਂ ਨੇ। ਠੀਕ ਹੈ, ਚਲੋ ਪੋਲੀਟੀਕਲ ਤੌਰ ਦੇ ਉੱਤੇ ਹੁਣ ਕੀ ਹੁੰਦਾ ਉਸ ਦੇ ਉੱਤੇ ਤਾਂ ਨਜ਼ਰ ਰਹੇਗੀ। ਮੈਂ ਮਾਫੀ ਚਾਹੂੰਗਾ ਕਲੇਰ ਸਾਹਿਬ ਔਰ ਛੋਟੀ ਜੀ ਗੱਲ ਜੀ। ਦੇਖੋ, ਇੱਕ ਤਾਂ ਇਹਨਾਂ ਨੇ ਜ਼ਿਕਰ ਕੀਤਾ, ਦੇਖੋ ਸਾਡੇ 84 ਤੋਂ ਬਾਅਦ ਕਾਂਗਰਸ ਦੇ ਨਾਲ ਮਤਭੇਦ ਨੇ, ਜੋ ਦਿੱਲੀ 'ਚ ਹੋਇਆ, ਜੋ ਦਰਬਾਰ ਸਾਹਿਬ, ਉਹ ਹਮੇਸ਼ਾ ਰਹਿਣਗੇ। ਪਰ ਦੂਜੀ ਗੱਲ ਮੈਂ ਬਾਬ ਗਰੇਵਾਲ ਸਾਹਿਬ ਨੂੰ ਪੁੱਛਣੀ ਚਾਹੁੰਦਾ ਤੇ ਰਵਨੀਤ ਬਿੱਟੂ ਨੂੰ, ਆ ਜਿਹੜੀ ਹੁਣ ਥੋੜੇ ਦਿਨ ਪਹਿਲਾਂ ਜੀਰਕਪੁਰ ਦੇ ਵਿੱਚ ਜੱਫੀ ਪਈ ਸੀ, ਜਿੱਥੇ ਰਵਨੀਤ ਬਿੱਟੂ ਕੇਜਰੀਵਾਲ ਜੀ ਨੂੰ ਲਿਪਟੇ ਹੋਏ ਸੀ, ਜਿੱਥੇ ਰਵਨੀਤ ਬਿੱਟੂ ਮਨੀਸ਼ ਸਿਸੋਦੀਆ ਨੂੰ ਲਿਪਟੇ ਹੋਏ ਸੀ, ਉਹਦੇ ਬਾਰੇ ਵੀ ਰਵਨੀਤ ਬਿੱਟੂ ਨੂੰ ਟਵੀਟ ਕਰਕੇ ਦੱਸਣਾ ਚਾਹੀਦਾ। ਠੀਕ ਹੈ, ਚਲੋ ਹੋਪਫੁਲੀ ਤੁਹਾਨੂੰ ਸੁਣ ਰਹੇ ਹੋਣਗੇ। ਇਹ ਗੱਲਾਂ ਬਾਅਦ ਮੈਂ ਉਹੀ ਕਹਿ ਰਿਹਾ।